ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਸ਼ਾਮ ਦੀ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਗੁਰਬਾਣੀ ਸੰਥਿਆ ਜੋ ਹੈ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਕਰਦੇ ਹਾਂ। ਸੰਥਿਆ ਦੇ ਨਾਲ ਗੁਰਬਾਣੀ ਦੀ ਵਿਚਾਰ ਅੱਖਰੀ ਅਰਥ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਵਿਸ਼ੇਸ਼ ਤੌਰ ਦੇ ਉੱਤੇ ਇਸ ਗੁਰਮਤਿ ਕਲਾਸ ਦੇ ਵਿੱਚ ਜੁੜਦੇ ਹੋ। ਹਰ ਰੋਜ਼ ਜਿੱਥੇ ਆਪ ਜੀ ਕਲਾਸ 'ਚ ਜੁੜਦੇ ਹੋ ਤੇ ਹੋਰਾਂ ਨੂੰ ਵੀ ਆਪ ਜੀ ਪ੍ਰੇਰਨਾ ਕਰੋ ਕਿ ਇਸ ਕਲਾਸ ਦਾ ਲਾਹਾ ਲੈ ਸਕਣ। ਤੇ ਉਹਦੇ ਨਾਲ ਹੀ ਇੱਕ ਬੇਨਤੀ ਹੋਰ ਹੈ ਕਿ ਜੋ ਵੀ ਕਲਾਸ ਆਪ ਜੀ ਇੱਥੇ ਅਟੈਂਡ ਕਰਦੇ ਹੋ ਉਸ ਨੂੰ ਫਿਰ YouTube ਦੇ ਉੱਤੇ ਸੈਂਡ ਕਰ ਦਿੱਤਾ ਜਾਂਦਾ, ਪਾ ਦਿੱਤਾ ਜਾਂਦਾ ਹੈ। ਆਪ ਜੀ ਉੱਥੋਂ ਲਿੰਕ ਤੁਹਾਨੂੰ ਭੇਜ ਦਿੱਤਾ ਜਾਂਦਾ ਗਰੁੱਪ ਦੇ ਵਿੱਚ, ਉੱਥੋਂ ਆਪ ਜੀ ਕਲਾਸ ਨੂੰ ਜਿਹੜਾ ਦੁਬਾਰਾ ਵੀ ਸੁਣ ਸਕਦੇ ਹੋ। ਜੇ ਆਪ ਜੀ ਕੋਲੋਂ ਕਿਤੇ ਮਿਸ ਹੋ ਗਈ ਹੈ ਕਲਾਸ, ਉਹਨੂੰ ਆਪ ਜੀ ਦੁਬਾਰਾ ਜਿਹੜਾ ਹੈ ਉੱਥੋਂ ਦੇਖ ਸਕਦੇ ਹੋ, ਸੁਣ ਸਕਦੇ ਹੋ ਕਲਾਸ ਨੂੰ। ਸੋ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਗਤ ਜੀ ਬੇਨਤੀ ਹੈ ਕਿ ਸਕਰੀਨ ਦੇ ਉੱਪਰ ਕੁਝ ਲਿਖੋ ਨਾ। ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਸਾਧ ਸੰਗਤ ਜੀ ਕੱਲ ਰਹਿਰਾ ਸਾਹਿਬ ਦੀ ਬਾਣੀ ਦੀ ਸਮਾਪਤੀ ਕਰ ਲਈ ਸੀ। ਅੱਜ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੀ ਆਪਾਂ ਸੰਥਿਆ ਤੇ ਵਿਚਾਰ ਦੀ ਆਰੰਭਤਾ ਕਰਨੀ ਹੈ। ਸੋ ਆਪਾਂ ਆਰੰਭ ਕਰੀਏ। ਸੰਗਤ ਜੁੜ ਚੁੱਕੀ ਹੈ। ਸੋ ਸਾਧ ਸੰਗਤ, ਸਤਿਗੁਰਾਂ ਨੇ ਜੋ ਨਿਤਨੇਮ ਦੀ ਬਖਸ਼ਿਸ਼ ਕੀਤੀ ਹੈ ਉਹਦੇ ਵਿੱਚੋਂ ਸੋਹਿਲੇ ਸਾਹਿਬ ਦੀ ਬਾਣੀ ਆਪਾਂ ਸੌਣ ਲੱਗਿਆਂ ਜਦੋਂ ਸਿੱਖ ਨੇ ਆਪਣੇ ਬਿਸਤਰੇ ਦੇ ਉੱਤੇ, ਜਦੋਂ ਨੀਂਦ ਆਉਂਦੀ ਹੈ ਬਿਸਤਰੇ ਤੇ ਬੈਠਦਾ, ਬੈੱਡ ਤੇ ਬੈਠਦਾ ਹੈ, ਬਿਸਤਰੇ ਤੇ ਜਾਂਦਾ ਹੈ, ਉਦੋਂ ਇਸ ਬਾਣੀ ਦਾ ਪਾਠ ਕਰਕੇ ਤੇ ਫਿਰ ਉਹ ਸੌਂਦਾ ਹੈ। ਸੋਹਿਲੇ ਦੇ ਅਰਥ ਕੀ ਹਨ ਇਹ ਆਪਾਂ ਅਰਥ ਕਰਕੇ ਫਿਰ ਅੱਗੇ ਚੱਲਦੇ ਹਾਂ। ਸੋਹਿਲੇ ਦੇ ਜੋ ਸਾਧ ਸੰਗਤ ਅਰਥ ਹਨ, ਇਹਨੂੰ ਖੁਸ਼ੀ ਦੇ ਗੀਤ ਜਿਹੜਾ ਉਹ ਕਿਹਾ ਜਾਂਦਾ ਹੈ। ਜਿਵੇਂ ਔਰਤਾਂ ਲੜਕੀ ਦੇ ਵਿਆਹ ਦੇ ਵੇਲੇ ਸੋਹਿਲੇ ਗੀਤ ਗਾਉਂਦੀਆਂ ਨਾ, ਸੁਹਾਗ ਗਾਉਂਦੀਆਂ, ਇਹ ਉਸ ਸੁਹਾਗ ਨੂੰ ਹੀ ਸੋਹਿਲਾ ਸ਼ਬਦ ਇੱਥੇ ਸਤਿਗੁਰਾਂ ਨੇ ਵਰਤਿਆ। ਖੁਸ਼ੀ ਦਾ ਉਹਦੇ ਵਿੱਚ ਅਨੁਭਵ ਹੁੰਦਾ ਹੈ ਕਿਉਂਕਿ ਇੱਕ ਬੱਚੀ ਜਿਹੜੀ ਆ ਉਹਦਾ ਵਿਆਹ ਜਦੋਂ ਹੁੰਦਾ ਹੈ ਤੇ ਉਹਦੇ ਵਿੱਚ ਇੱਕ ਦੁੱਖ ਵੀ ਹੁੰਦਾ ਤੇ ਇੱਕ ਜਿਹੜਾ ਹੈ ਪਤੀ ਦੇ ਨਾਲ ਮਿਲਾਪ ਦੀ ਜਿਹੜੀ ਹੈ ਉਹਦਾ ਆਨੰਦ ਵੀ ਹੁੰਦਾ ਹੈ, ਉਹਦੀ ਖੁਸ਼ੀ ਵੀ ਹੁੰਦੀ ਹੈ। ਦੋ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ। ਦੁੱਖ ਇਸ ਗੱਲ ਦਾ ਹੁੰਦਾ ਕਿ ਪਰਿਵਾਰ ਨੂੰ ਛੱਡ ਜਾਣਾ ਹੈ ਤੇ ਸੁੱਖ ਇਸ ਗੱਲ ਦਾ ਹੁੰਦਾ ਹੈ ਕਿ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ, ਆਪਣੇ ਪਤੀ ਦੇ ਨਾਲ ਜੋ ਗ੍ਰਸਤ ਧਰਮ ਹੈ ਉਹ ਸ਼ੁਰੂ ਕਰਨਾ ਹੈ। ਇਸ ਕਰਕੇ ਦੋਵੇਂ ਤਰ੍ਹਾਂ ਦਾ ਮੇਲ ਹੁੰਦਾ ਹੈ, ਜਿਹਦੇ ਵਿੱਚ ਜਿਹੜਾ ਹੈ ਔਰਤਾਂ ਜਦੋਂ ਸੁਹਾਗ ਦਾ ਗੀਤ ਗਾਉਂਦੀਆਂ ਉਹਦੇ ਵਿੱਚ ਇਸਤਰੀ ਨੂੰ, ਉਸ ਬੱਚੀ ਨੂੰ ਸੰਬੋਧਨ ਕਰਕੇ ਤੇ ਉਹਨੂੰ ਪਰਿਵਾਰ ਛੱਡ ਕੇ ਜਾਣ ਬਾਰੇ ਵੀ ਜਿਹੜਾ ਹੈ ਕਹਿੰਦੀਆਂ ਹਨ ਕਿ ਤੂੰ ਹੁਣ ਚੱਲੀ ਜਾਣਾ। ਤੇ ਉਹਦੇ ਨਾਲ ਨਾਲ ਉਹਨੂੰ ਇਹ ਵੀ ਕਹਿੰਦੀਆਂ ਕਿ ਅੱਗੇ ਤੇਰਾ ਜਿਹੜਾ ਪਤੀ ਉਹ ਬੜਾ ਚੰਗਾ ਹੈ, ਉਹਦੇ ਨਾਲ ਤੂੰ ਜਿਹੜਾ ਹੈ ਮੇਲ ਕਰਨਾ ਹੈ, ਜਾ ਕੇ ਉਹਨੂੰ ਮਿਲਣਾ ਹੈ। ਸੋ ਇਸ ਤਰ੍ਹਾਂ ਉਹਦੇ ਵਿੱਚ ਖੁਸ਼ੀ ਵੀ ਹੁੰਦੀ ਹੈ ਤੇ ਗਮੀ ਵੀ ਹੁੰਦੀ ਹੈ। ਸੋ ਉਸ ਚੀਜ਼ ਨੂੰ ਆਧਾਰ ਬਣਾ ਕੇ ਸਤਿਗੁਰਾਂ ਨੇ ਇਹ ਜਿਹੜਾ ਸੋਹਿਲਾ ਬਾਣੀ ਜਿਹੜੀ ਹੈ ਇਹ ਰਚੀ ਹੈ ਗੁਰੂ ਨਾਨਕ ਸਾਹਿਬ ਨੇ। ਸੋ ਇਹਦਾ ਸਿਰਲੇਖ ਜਿਹੜਾ ਹੈ ਤੇ ਇਹਦਾ ਸਿਰਲੇਖ ਇਸ ਬਾਣੀ ਦੇ ਵਿੱਚੋਂ ਹੀ ਲਿਆ ਗਿਆ। ਚਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ, ਇੱਥੋਂ ਸੋਹਿਲਾ ਸ਼ਬਦ ਜਿਹੜਾ ਲਿਆ ਗਿਆ। ਖੁਸ਼ੀ ਦਾ ਗੀਤ। ਇਸੇ ਤਰ੍ਹਾਂ ਜਿਹੜਾ ਅਸੀਂ ਸੰਸਾਰ ਦੇ ਵਿੱਚ ਆਏ ਹਾਂ ਤੇ ਸੰਸਾਰ ਨੂੰ ਅਸੀਂ ਛੱਡ ਕੇ ਇੱਕ ਨਾ ਇੱਕ ਦਿਨ ਜਾਣਾ ਹੀ ਆ। ਇਹ ਉਹਦੀ ਫਸਲ ਆ, ਅਸੀਂ ਉਸ ਅਕਾਲ ਪੁਰਖ ਦੀ। ਪਤਾ ਨਹੀਂ ਉਹ ਕਦੋਂ ਸਾਨੂੰ ਵੱਢ ਲਵੇ ਤੇ ਕਦੋਂ ਸਾਨੂੰ ਜਿਹੜਾ ਹੈ ਇਸ ਸੰਸਾਰ ਤੋਂ ਜਾਣਾ ਪੈ ਜਾਵੇ, ਇਹਦਾ ਸਾਨੂੰ ਕੋਈ ਭਰੋਸਾ ਨਹੀਂ, ਕੋਈ ਪਤਾ ਨਹੀਂ। ਕਿਉਂਕਿ ਹਰ ਇੱਕ ਮਨੁੱਖ ਦੇ ਸਿਰ ਦੇ ਉੱਤੇ ਕਾਲ ਹੈ, ਭਾਵੇਂ ਉਹ ਬੱਚਾ ਹੈ, ਭਾਵੇਂ ਜਵਾਨ ਹੈ, ਭਾਵੇਂ ਬਜ਼ੁਰਗ ਹੈ। ਇਹ ਮਤ ਸੋਚੇ ਕਿ ਸਿਰਫ ਬਜ਼ੁਰਗ ਨੂੰ ਹੀ ਮੌਤ ਆਉਣੀ ਆ। ਕੋਈ ਪਤਾ ਨਹੀਂ ਉਸ ਅਕਾਲ ਪੁਰਖ ਨੇ ਕਦੋਂ ਜਿਹੜਾ ਹੈ ਮਨੁੱਖ ਨੂੰ ਲੈ ਜਾਣਾ। ਇਹ ਉਸ ਅਕਾਲ ਪੁਰਖ ਦੀ ਰਜ਼ਾ ਹੈ। ਜਦੋਂ ਉਹਦਾ ਦਿਲ ਕਰਦਾ ਹੈ ਉਹ ਕੱਚੀ ਨਾਹੀ ਨਾ ਡੱਡਰੀ ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੁੰਚਿਆ। ਉਹ ਤਿਆਰ ਬੈਠਾ ਹੈ ਦਾਤ ਲੈ ਕੇ, ਪਤਾ ਨਹੀਂ ਉਹਨੇ ਕਿਹੜੇ ਵੇਲੇ ਉਹਦੀ ਅਸੀਂ ਉਹਦੀ ਫਸਲ ਹਾਂ ਉਸ ਅਕਾਲ ਪੁਰਖ ਦੀ।
ਪਤਾ ਨਹੀਂ ਉਹ ਕਦੋਂ ਵੱਢ ਲਵੇ। ਇਸ ਕਰਕੇ ਇਸ ਗੱਲ ਦਾ ਮਨੁੱਖ ਨੂੰ ਦੁੱਖ ਹੁੰਦਾ ਹੈ ਕਿ ਉਹਨੇ ਸੰਸਾਰ ਤੋਂ ਚਲੇ ਜਾਣਾ ਹੈ, ਪਰ ਸੁੱਖ ਇਸ ਗੱਲ ਦਾ ਹੁੰਦਾ ਹੈ ਕਿ ਉਹਨੇ ਉਸ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋਣਾ। ਤੇ ਇਸ ਕਰਕੇ ਸਤਿਗੁਰਾਂ ਨੇ ਇਹ ਬਾਣੀ ਜਿਹੜੀ ਹੈ ਦੁੱਖ ਤੇ ਖੁਸ਼ੀ ਦਾ ਮਿਲਾਪ ਦਾ ਜਿਹੜਾ ਹੈ ਆਨੰਦ, ਉਹ ਦੋਵਾਂ ਨੂੰ ਇੱਕ ਬੜਾ ਸੋਹਣਾ ਜਿਹੜਾ ਹੈ ਸਤਿਗੁਰਾਂ ਨੇ ਅਲੰਕਾਰ ਵਰਤ ਕੇ ਇਸ ਬਾਣੀ ਦੀ ਆਰੰਭਤਾ ਕੀਤੀ ਹੈ, ਸੋਹਿਲੇ ਬਾਣੀ ਦੀ। ਸੋ ਇਹਨੂੰ ਕੀਰਤਨ ਸੋਲਾ ਵੀ ਕਿਹਾ ਜਾਂਦਾ ਹੈ। ਕੁਝ ਸਿੱਖ ਜਿਹੜੇ ਆ ਕੀਰਤਨ ਸੋਲਾ ਸ਼ਬਦ ਵੀ ਵਰਤਦੇ ਆ। ਕੀਰਤਨ ਸੋਲਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਵੈਸੇ ਤੇ ਬਾਣੀ ਦਾ ਸਰਲੇਖ ਦੱਸਦਾ ਹੈ ਕਿ ਇਸ ਬਾਣੀ ਦਾ ਨਾਂ ਸੋਹਿਲਾ ਹੈ, ਪਰ ਜ਼ਿਆਦਾਤਰ ਸਿੱਖਾਂ ਦੇ ਮੂੰਹ ਦੇ ਉੱਤੇ ਕੀਰਤਨ ਸੋਹਿਲਾ ਸ਼ਬਦ ਚੜਿਆ ਹੈ। ਕੀਰਤਨ ਸੋਹਿਲਾ ਮੈਨੂੰ ਲੱਗਦਾ ਕਿ ਜਿਹੜਾ ਕੀਰਤ ਸ਼ਬਦ ਆਇਆ ਨਾ ਸਭ ਤੋਂ ਪਹਿਲਾਂ, ਜੈ ਕਰ ਕੀਰਤ ਆਖੀਏ, ਉਸ ਸ਼ਬਦ ਤੋਂ ਕੀਰਤਨ ਬਣ ਗਿਆ ਤੇ ਉਹਨੂੰ ਅਸੀਂ ਕੀਰਤਨ ਸੋਹਿਲਾ ਕਹਿਣਾ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਇਸ ਤਰ੍ਹਾਂ ਜਿਹੜਾ ਹੋਇਆ ਕਿ ਸਿੱਖਾਂ ਨੇ ਜਿਹੜਾ ਹੈ ਹੋਰ ਇਹਨੂੰ ਸਤਿਕਾਰ ਦੇਣ ਵਾਸਤੇ ਕੀਰਤਨ ਸੋਹਿਲਾ ਸ਼ਬਦ ਜਿਹੜਾ ਇਹਦੇ ਨਾਲ ਵਰਤ ਲਿਆ। ਸੋ ਮਰਿਆਦਾ ਹੈ ਸਾਡੀ ਨਿੱਤਾ ਪ੍ਰਤੀ ਦੀ। ਅਸੀਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹਨੀਆਂ, ਫਿਰ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ। ਇਹ ਜਿਹੜਾ ਹੈ ਸੌਣ ਵੇਲੇ ਬਾਣੀ ਪੜ੍ਹਨੀ ਹੈ। ਇਹਦੇ ਵਿੱਚ ਕੁੱਲ 5 ਸ਼ਬਦ ਹਨ। ਸੋਹਿਲਾ ਸਾਹਿਬ ਦੀ ਬਾਣੀ ਦੇ ਵਿੱਚ ਪਹਿਲੇ 3 ਸ਼ਬਦ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਹਨ, ਤੇ ਉਸ ਤੋਂ ਬਾਅਦ ਜਿਹੜਾ ਚੌਥਾ ਸ਼ਬਦ ਹੈ ਉਹ ਗੁਰੂ ਰਾਮਦਾਸ ਜੀ ਦਾ, ਤੇ 5ਵਾਂ ਸ਼ਬਦ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਦਾ ਹੈ। ਤੇ ਇਹ ਜਦੋਂ ਆਪਾਂ ਰਾਗਾਂ ਦੀ ਆਰੰਭਤਾ ਹੁੰਦੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤੇ ਇਹ 13 ਅੰਗ ਤੇ ਸਮਾਪਤੀ ਹੁੰਦੀ ਸੋਹਿਲੇ ਸਾਹਿਬ ਦੀ। 12-13 ਅੰਗ ਦੇ ਉੱਤੇ ਸ਼ੋਭਿਤ ਹੈ ਇਹ ਬਾਣੀ ਸੋਹਿਲਾ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਫਿਰ 14 ਅੰਗ ਤੋਂ ਜਿਹੜਾ ਹੈ ਸ੍ਰੀ ਰਾਗ ਦੀ ਆਰੰਭਤਾ ਹੁੰਦੀ ਹੈ। ਸੋ ਆਪਾਂ ਇਸ ਬਾਣੀ ਨੂੰ ਜਿਹੜਾ ਹੈ ਵਿਚਾਰਨਾ ਹੈ, ਸੋਹਿਲੇ ਦੀ ਬਾਣੀ ਨੂੰ। ਮੈਂ ਫਿਰ ਇੱਕ ਵਾਰੀ ਰਿਪੀਟ ਕਰ ਦੇਵਾਂ ਕਿ ਸੋਹਿਲੇ ਦਾ ਅਰਥ ਹੈ ਖੁਸ਼ੀ ਦੇ ਗੀਤ, ਸੁਹਾਗ ਦੇ ਗੀਤ। ਤੇ ਇਹ ਜਿਹੜੀ ਬਾਣੀ ਦੀ ਇਸ ਬਾਣੀ ਦੇ ਵਿੱਚ 5 ਜਿਹੜੇ ਸ਼ਬਦ ਹਨ ਕੁੱਲ, ਜਿਨ੍ਹਾਂ ਵਿੱਚੋਂ 3 ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ, ਤੇ ਪਿਛਲੇ 2 ਜਿਹੜੇ ਆ, ਇੱਕ ਗੁਰੂ ਰਾਮਦਾਸ ਜੀ ਦਾ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ। 5 ਸ਼ਬਦ ਹਨ ਤੇ ਇਹ ਸਤਿਗੁਰਾਂ ਨੇ ਅਲੰਕਾਰ ਬੰਨਿਆ ਹੈ ਸੋਹਿਲੇ ਦਾ ਕਿ ਸੰਸਾਰ ਦੇ ਵਿੱਚ ਤੂੰ ਆਇਆ ਹੈ, ਇੱਕ ਦਿਨ ਸੰਸਾਰ ਨੂੰ ਛੱਡ ਕੇ ਜਾਣਾ। ਇਸ ਕਰਕੇ ਉਸ ਪ੍ਰਭੂ ਦੇ ਜਿਹੜੇ ਸੋਹਿਲੇ ਆ, ਉਹਦੇ ਜਿਹੜੇ ਕੀਰਤੀ ਹੈ ਉਹ ਕਰਨੀ ਕਰ, ਉਹਨੂੰ ਪਰਮਾਤਮਾ ਨੂੰ ਯਾਦ ਕਰਨਾ ਕਰ। ਇਸ ਕਰਕੇ ਇਸ ਬਾਣੀ ਨੂੰ ਜਿਹੜਾ ਹੈ ਪੜ੍ਹਨ ਦਾ ਸਤਿਗੁਰਾਂ ਨੇ ਰਾਤ ਦਾ ਹੀ ਸਮਾਂ ਕਿਉਂ ਰੱਖਿਆ? ਕਿਉਂਕਿ ਇਸ ਬਾਣੀ ਦੀ ਜਿਹੜੀ ਵਿਚਾਰ ਹੈ ਬੜੀ ਸੌਖੀ ਹੈ। ਰਾਤ ਨੂੰ ਮਨ ਥੱਕਿਆ ਹੁੰਦਾ ਸਾਡਾ, ਤੇ ਅਸੀਂ ਜਦੋਂ ਸੌਣ ਲੱਗਦੇ ਹਾਂ ਤੇ ਉਸ ਸਮੇਂ ਫਿਰ ਸਾਡਾ ਮਨ ਥੱਕਿਆ ਹੁੰਦਾ ਤੇ ਜ਼ਿਆਦਾ ਡੂੰਘੀ ਵਿਚਾਰ ਜਿਹੜੀ ਉਹ ਸਮਝ ਨਹੀਂ ਸਕਦਾ। ਹੁਣ ਜਪਜੀ ਸਾਹਿਬ ਦੀ ਡੂੰਘੀ ਵਿਚਾਰ ਹੈ, ਮਹਿੰਗੀ ਬਾਣੀ ਜਪਜੀ ਸਾਹਿਬ, ਉਹਦੀ ਵਿਚਾਰ ਡੂੰਘੀ ਹੈ, ਇਸ ਕਰਕੇ ਉਹ ਅੰਮ੍ਰਿਤ ਵੇਲੇ ਦੀ ਬਾਣੀ ਹੈ। ਇਸ ਬਾਣੀ ਦੇ ਬੜੇ ਸੁਖੈਨ ਅਰਥ ਆ, ਬਹੁਤ ਸੌਖੇ ਅਰਥ ਆ। ਇਸ ਕਰਕੇ ਸਤਿਗੁਰਾਂ ਨੇ ਇਸ ਬਾਣੀ ਨੂੰ ਜਿਹੜਾ ਹੈ ਇਹ ਰਾਤ ਨੂੰ ਸੌਣ ਲੱਗਿਆ ਦਿੱਤਾ ਹੈ ਕਿ ਜਦੋਂ ਤੂੰ ਸੌਣ ਲੱਗੇ ਉਦੋਂ ਇਸ ਬਾਣੀ ਦੀ ਵਿਚਾਰ ਕਰਕੇ ਪੜ੍ਹੇ ਤੇ ਤੈਨੂੰ ਸੁਖੈਨ ਜਿਹੜਾ ਹੈ ਪਰਮਾਤਮਾ ਦੇ ਘਰ ਦੀ ਪ੍ਰਾਪਤੀ ਹੋ ਜਾਵੇ। ਦੂਸਰੀ ਗੱਲ, ਇਸ ਬਾਣੀ ਨੂੰ ਜਦੋਂ ਕੋਈ ਮਨੁੱਖ ਚੜ੍ਹਾਈ ਕਰਦਾ, ਜਦੋਂ ਕਿਸੇ ਦਾ ਦੇਹਾਂਤ ਹੁੰਦਾ, ਉਸ ਸਮੇਂ ਵੀ ਇਸ ਬਾਣੀ ਨੂੰ ਪੜ੍ਹਿਆ ਜਾਂਦਾ, ਸੋਹਿਲੇ ਸਾਹਿਬ ਦੀ ਬਾਣੀ ਨੂੰ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸੌਣ ਲੱਗੇ ਹਾਂ ਉਦੋਂ ਵੀ ਪੜ੍ਹਦੇ ਹਾਂ। ਕਹਿਣ ਤੋਂ ਭਾਵ ਕਿ ਇੱਕ ਵੱਡੀ ਨੀਂਦ ਜਿਹੜੀ ਹੈ ਉਹ ਮੌਤ ਹੈ, ਤੇ ਇੱਕ ਜਿਹੜੀ ਹੈ ਛੋਟੀ ਨੀਂਦ ਉਹ ਛੋਟੀ ਮੌਤ ਹੈ ਸਾਡੀ। ਭਾਵ ਜਦੋਂ ਅਸੀਂ ਸੌ ਜਾਂਦੇ ਹਾਂ ਉਹ ਵੀ ਇੱਕ ਹਿਸਾਬ ਦੀ ਸਾਡੀ ਮੌਤ ਹੋ ਜਾਂਦੀ, ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕਿੱਥੇ ਪਏ ਹਾਂ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਤੈਨੂੰ ਪਤਾ ਨਹੀਂ ਤੂੰ ਕਿਹੜੇ ਵੇਲੇ ਸੰਸਾਰ ਤੋਂ ਚਲਾ ਜਾਣਾ ਹੈ, ਤੇ ਇਸ ਕਰਕੇ ਤੂੰ ਉਹਦੇ ਸੋਹਲੇ ਗਾਉਣੇ ਕਰ। ਤਾਂ ਹੀ ਇਹ ਜਿਹੜੀ ਬਾਣੀ ਹੈ ਸੌਣ ਲੱਗਿਆਂ, ਜਦੋਂ ਸਾਨੂੰ ਛੋਟੀ ਮੌਤ ਆਉਂਦੀ ਆ ਉਦੋਂ, ਤੇ ਜਾਂ ਜਦੋਂ ਸਾਨੂੰ ਵੱਡੀ ਮੌਤ ਆਉਂਦੀ ਹੈ ਜਾਂ ਵੱਡੀ ਨੀਂਦ ਅਸੀਂ ਸੌ ਜਾਂਦੇ ਹਾਂ, ਉਦੋਂ ਇਸ ਬਾਣੀ ਦਾ ਅਸੀਂ ਜਾਪ ਕਰਦੇ ਹਾਂ। ਸੋ ਇਸ ਕਰਕੇ ਇਹ ਜਿਹੜਾ ਸੋਹਿਲੇ ਬਾਣੀ ਦਾ ਜਾਪ ਕਰਨ ਦੀ ਜਿਹੜੀ ਹੈ ਵਿਧੀ, ਉਹ ਸਤਿਗੁਰਾਂ ਨੇ ਜਿਹੜੀ ਪਰੰਪਰਾ ਹੈ ਕਹਿ ਲਓ ਜਾਂ ਜੋ ਮਰਿਆਦਾ ਹੈ ਉਹ ਰਾਤ ਦੀ ਬੰਨੀ ਹੈ, ਕਿਉਂਕਿ ਇਹਦਾ ਜਿਹੜੇ ਭਾਵ ਅਰਥ ਹਨ ਬਹੁਤ ਸੌਖੇ ਹਨ। ਤਾਂ ਕਰਕੇ ਸਤਿਗੁਰਾਂ ਨੇ ਇਹ ਬਾਣੀ ਦੀ ਰਾਤ ਨੂੰ ਪੜ੍ਹਨ ਦੀ ਮਰਿਆਦਾ ਰੱਖੀ ਹੈ। ਸੋ ਆਪਾਂ ਇਸ ਬਾਣੀ ਨੂੰ ਆਰੰਭਤਾ ਕਰਦੇ, ਇਸ ਬਾਣੀ ਦੀ। ਸੋਹਿਲਾ, ਇੱਥੇ ਥੋੜਾ ਜਿਹਾ ਰੁਕਣਾ। ਸੋਹਿਲਾ ਰਾਗ ਗੌੜੀ ਦੀਪਕੀ, ਰਾਗ ਗੌੜੀ ਹੈ, ਦੀਪਕੀ ਜਾਤੀ ਹੈ। ਗੌੜੀ ਰਾਗ ਦੇ ਵਿੱਚ ਭਾਵ ਜੋ ਗੌੜੀ ਰਾਗ ਹੈ ਉਹਦੀ ਗਾਂ ਦੀਪਕੀ ਜਾਤੀ ਦੇ ਵਿੱਚ ਇਹਨੂੰ ਗਾਉਣਾ ਹੈ। ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਅਕਾਲ ਪੁਰਖ ਪਰਮਾਤਮਾ ਮਾਇਆ ਦੇ ਭੇਦ ਤੋਂ ਰਹਿਤ, ਉਸ ਦੀ ਪ੍ਰਾਪਤੀ ਕਿਵੇਂ ਹੈ? ਸਤਿਗੁਰੂ ਦੁਆਰਾ, ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਦੀ ਵਾਹਿਗੁਰੂ ਦੀ ਪ੍ਰਾਪਤੀ ਹੈ ਜੋ ਇੱਕ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ, ਜੈ ਘਰ ਕੀਰਤ ਆਖੀਐ, ਘਰ ਤੇ ਕਾ ਹੋਏ ਵਿਚਾਰੋ। ਸਤਿਗੁਰੂ ਕਹਿੰਦੇ ਆ ਕਿ ਜਿਸ ਘਰ ਵਿੱਚ, ਜਿਸ ਜਗ੍ਹਾ ਦੇ ਉੱਤੇ ਸਤਸੰਗ ਹੁੰਦਾ ਹੈ ਨਾ, ਸਤਸੰਗ ਘਰ ਹੈ ਜਿੱਥੇ, ਜੈ ਘਰ ਕੀਰਤ ਆਖੀਐ। ਕੀਰਤ ਦਾ ਅਰਥ ਜਿਸ ਜਗ੍ਹਾ ਦੇ ਉੱਤੇ ਪਰਮਾਤਮਾ ਦੀ ਕੀਰਤੀ ਕੀਤੀ ਜਾਂਦੀ ਹੈ, ਜਿਸ ਜਗ੍ਹਾ ਦੇ ਉੱਤੇ ਸਤਸੰਗੀ ਬੈਠ ਕੇ ਪਰਮਾਤਮਾ ਨੂੰ ਯਾਦ ਕਰਦੇ ਆ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਜਿਸ ਜਗ੍ਹਾ ਦੇ ਉੱਤੇ ਉਸ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ, ਜਿੱਥੇ ਉਸ ਪਰਮਾਤਮਾ ਨੂੰ ਸਲਾਹਿਆ ਜਾਂਦਾ ਹੈ, ਜਿਸ ਜਗ੍ਹਾ ਦੇ ਉੱਤੇ ਉਸ ਅਕਾਲ ਪੁਰਖ ਨੂੰ ਯਾਦ ਕੀਤਾ ਜਾਂਦਾ ਹੈ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਵਿਚਾਰੋ ਸ਼ਬਦ ਪੜ੍ਹਨਾ, ਵਿਚਾਰੋ ਨਹੀਂ ਪੜ੍ਹਨਾ, ਵਿਚਾਰੋ। ਬੱਬੇ ਨੂੰ ਪੂਰੀ ਬਿਹਾਰੀ ਲਾ ਕੇ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ, ਸਿਵਰਿਓ ਸਿਰਜਣਹਾਰੋ। ਤਿਤ ਘਰ ਭਾਵ ਉਸ ਸਤ ਸੰਗਤ ਘਰ ਵਿੱਚ ਜਾ ਕੇ ਗਾਵੋ ਸੋਹਿਲਾ, ਹੇ ਸਤ ਸੰਗੀ ਜਣੋ, ਹੇ ਗੁਰਸਿੱਖੋ, ਜਿਸ ਘਰ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ ਨਾ, ਉੱਥੇ ਜਾਇਆ ਕਰ। ਉੱਥੇ ਤੂੰ ਹੀ ਜਾ ਕੇ ਸੋਹਿਲੇ ਗਾਇਆ ਕਰ, ਉਹਦੇ ਖੁਸ਼ੀ ਦੇ ਗੀਤ ਗਾਇਆ ਕਰ, ਉਹਦੀ ਪ੍ਰਾਪਤੀ ਦੇ ਗੀਤ ਗਾਇਆ ਕਰ, ਉਹਦੀ ਵਡਿਆਈ ਦੇ ਗੀਤ ਗਾਇਆ ਕਰ। ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਉਸ ਘਰ ਦੇ ਵਿੱਚ ਜਾ ਕੇ ਉਹਨੂੰ ਯਾਦ ਕਰਿਆ ਕਰ, ਉਹਨੂੰ ਸਿਮਰਿਆ ਕਰ, ਕਿਉਂਕਿ ਉਹ ਸਿਵਰਿਓ ਸਿਰਜਣਹਾਰੋ, ਉਹ ਜਿਹੜਾ ਪਰਮਾਤਮਾ ਹੈ ਉਹ ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ। ਉਹਨੂੰ ਯਾਦ ਕਰਿਆ ਕਰ, ਉਹਨੂੰ ਸਤ ਸੰਗਤ ਦੇ ਵਿੱਚ ਜਾ ਕੇ ਸਿਮਰਿਆ ਕਰ, ਕਿਉਂਕਿ ਉਹ ਸਿਰਜਣਹਾਰ ਹੈ, ਉਹਦਾ ਸਿਮਰਨ ਕਰਿਆ ਕਰ। ਸਿਵਰਿਓ, ਸਿਵਰਿਓ ਦਾ ਅਰਥ ਸਿਮਰਨ ਕਰਨਾ। ਸਿਰਜਣਹਾਰ, ਉਸ ਸਿਰਜਣਹਾਰ ਨੂੰ ਸਿਮਰ, ਜਿਹਨੇ ਤੇਰਾ ਸੁੰਦਰ ਸਰੀਰ ਬਣਾਇਆ, ਜਿਹਨੇ ਤੈਨੂੰ ਸਿਰਜਿਆ, ਜਿਹਨੇ ਤੈਨੂੰ ਸਵਾਰਿਆ, ਜਿਹਨੇ ਤੈਨੂੰ ਘਰ ਪਰਿਵਾਰ ਦਿੱਤਾ, ਜਿਹਨੇ ਤੈਨੂੰ ਪਰਿਵਾਰ ਦਿੱਤਾ, ਜਿਹਨੇ ਤੈਨੂੰ ਧਨ ਪਦਾਰਥ ਦਿੱਤਾ ਹੈ, ਤੈਨੂੰ ਸਵਾਰਿਆ ਹੈ ਨਾ, ਉਸ ਪਰਮਾਤਮਾ ਨੂੰ ਸਿਮਰਨਾ ਕਰ, ਉਹਦੇ ਸੋਹਲੇ ਗਾ। ਕਿੱਥੇ ਜਾ ਕੇ? ਜੈ ਘਰ ਕੀਰਤ ਆਖੀਏ, ਘਰ ਤੇ ਕਾ ਹੋਏ ਵਿਚਾਰੋ। ਜਿਸ ਜਗ੍ਹਾ ਉੱਤੇ ਉਹਦੀ ਪਰਮਾਤਮਾ ਦੀ ਉਸਤਤੀ ਹੁੰਦੀ ਹੈ, ਭਾਵ ਸਤ ਸੰਗਤ ਦੇ ਵਿੱਚ ਜਾ ਕੇ ਉਹਨੂੰ ਸਿਮਰਿਆ ਕਰ, ਉਹਦੀ ਵਿਚਾਰ ਕਰਿਆ ਕਰ ਉਸ ਕਰਤੇ ਦੀ। ਉਹਨੇ ਤੈਨੂੰ ਸਵਾਰਿਆ ਹੈ, ਤੈਨੂੰ ਸਿਰਜਿਆ ਹੈ। ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ਸਤਿਗੁਰੂ ਬਖਸ਼ਿਸ਼ ਕਰਦੇ, ਹੇ ਮੇਰੀਏ ਜਿੰਦੇ, ਹੇ ਗੁਰਸਿੱਖ, ਉਸ ਨਿਰਭਉ ਦੇ ਸੋਹਲੇ ਗਾ, ਉਸ ਅਕਾਲ ਪੁਰਖ ਦੇ ਸੋਹਲੇ ਗਾ, ਜਿਹਨੂੰ ਕਿਸੇ ਦਾ ਡਰ ਨਹੀਂ। ਸਾਨੂੰ ਸਾਰਿਆਂ ਨੂੰ ਡਰ ਹੈ ਨਾ ਕਿ ਅਸੀਂ ਮਰ ਜਾਣਾ, ਹਰ ਕਿਸੇ ਨੂੰ ਡਰ ਹੈ, ਭਾਵੇਂ ਮਨੁੱਖ ਦਾ ਬੱਚਾ ਹੈ, ਭਾਵੇਂ ਕੋਈ ਵੀ ਜੀਵ ਜੰਤੂ ਹੈ, ਹਰ ਕਿਸੇ ਨੂੰ ਡਰ ਹੈ। ਸਭ ਤੋਂ ਵੱਡਾ ਡਰ ਹੈ ਮਰਨ ਦਾ, ਮੌਤ ਦਾ ਡਰ ਹੈ ਮਨੁੱਖ ਨੂੰ, ਪਰ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਇਸ ਕਰਕੇ ਉਹਨੂੰ ਗਾ, ਉਹਨੂੰ ਸਿਮਰ, ਉਹਦੇ ਸੋਹਲੇ ਗਾ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੇ ਮੇਰੇ ਜਿੰਦੇ, ਉਸ ਨਿਰਭਉ ਦਾ, ਉਸ ਪਿਆਰੇ ਦੇ ਸੋਹਲੇ ਜਿਹੜੇ ਆ ਨਾ, ਉਹਦੀ ਸਿਫਤ ਸਲਾਹ ਦੇ ਗੀਤ ਉਹ ਗਾ। ਹਉ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ। ਕਿਉਂ ਗਾਉਣੇ ਆ? ਕਿਉਂਕਿ ਹਉ ਵਾਰੀ, ਮੈਂ ਵਾਰਨੇ ਜਾਵਾਂ, ਜਿਤ ਸੋਹਲੇ, ਜਿਹੜੇ ਸੋਹਲਿਆਂ ਦੇ ਨਾਲ, ਜਿਨ੍ਹਾਂ ਸੋਹਲਿਆਂ ਨੂੰ ਗਾਉਣ ਦੇ ਨਾਲ, ਜਿਹੜੀ ਸਿਫਤ ਸਲਾਹ ਗਾਉਣ ਦੇ ਨਾਲ, ਜਿਸ ਅਕਾਲ ਪੁਰਖ ਦਾ ਸਿਮਰਨ ਕਰਨ ਦੇ ਨਾਲ, ਜਿਸ ਅਕਾਲ ਪੁਰਖ ਦੀ ਵਡਿਆਈ ਕਰਨ ਨਾਲ, ਹਉ ਵਾਰੀ ਜਿਤ ਸੋਹਿਲੇ, ਜਿਹਦੇ ਸੋਹਿਲੇ ਗਾਉਣ ਦੇ ਨਾਲ ਸਦਾ ਸੁੱਖ ਹੋਏ। ਸਦਾ ਸੁੱਖ ਹੁੰਦਾ ਹੈ ਮਨੁੱਖ ਨੂੰ। ਹਉ ਵਾਰੀ ਜਿਤ ਸੋਹਿਲੇ, ਸਦਾ ਸੁੱਖ ਹੋਏ, ਜਿਹਦੇ ਨਾਲ ਸਦੀਵੀ ਤੌਰ ਤੇ ਮਨੁੱਖ ਜਿਹੜਾ ਹੈ ਉਹ ਸੁਖੀ ਵਸਦਾ ਹੈ। ਉਸ ਅਕਾਲ ਪੁਰਖ ਦੇ ਸੋਹਲੇ ਜਿਹੜੇ ਹੈ ਉਹ ਦੂੰਗਾ ਰਹਾਓ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਵਾਹਿਗੁਰੂ। ਹਾਂਜੀ। ਨਿਤ ਨਿਤ ਜੀੜੇ ਸੰਭਾਲੀਅਣ, ਸੰਭਾਲੀਅਣ, ਸੰਭਾਲੀਅਣ ਦਾ ਅਰਥ ਹੁੰਦਾ ਸੰਭਾਲ ਕਰਨਾ। ਨਿਤ ਨਿਤ ਜੀੜੇ ਸੰਭਾਲੀਅਣ, ਕਰ ਦੇਖੇਗਾ ਦੇਵਨਹਾਰ। ਇਹ ਮੇਰੀ ਜਿੰਦੇ, ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ, ਹੇ ਗੁਰਸਿੱਖੋ, ਹੇ ਮੇਰੀ ਜਿੰਦੇ, ਹੇ ਮੇਰੇ ਮਨ,
ਇਹ ਗੁਰਸਿੱਖੋ ਆਪਣੇ ਮਨ ਨੂੰ ਸਮਝਾਓ ਕਿ ਉਹ ਜਿਹੜਾ ਸਦਾ ਜੀਵਾਂ ਦੀ ਸੰਭਾਲ ਕਰਨ ਵਾਲਾ ਹੈ ਨਾ ਪ੍ਰਮਾਤਮਾ, ਨਿਤ ਨਿਤ ਜੀੜੇ ਸੰਭਾਲੀਆਂ, ਜਿਹੜਾ ਜੀੜੇ ਭਾਵ ਜਿਹੜੇ ਜੀਵਾਂ ਦੀ ਸੰਭਾਲ ਕਰਦਾ ਹੈ ਵਾਹਿਗੁਰੂ, ਜਿਹੜਾ ਸਾਰਿਆਂ ਨੂੰ ਦੇਖੇਗਾ ਦੇਵਨਹਾਰ, ਜਿਹੜਾ ਸਾਰਿਆਂ ਨੂੰ ਦੇਖ ਰਿਹਾ ਹੈ ਤੇ ਦੇਵਨਹਾਰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਉਹਨੂੰ ਸਿਮਰ। ਨਿਤ ਨਿਤ ਜੀੜੇ ਸੰਭਾਲੀਆਂ, ਜਿਹੜਾ ਜੀਆਂ ਦੀ ਸੰਭਾਲ ਕਰਦਾ ਹੈ, ਜਿਹੜਾ ਜੀਵਾਂ ਨੂੰ ਦੇਖ ਰਿਹਾ ਹੈ ਤੇ ਜਿਹੜਾ ਜੀਵਾਂ ਨੂੰ ਦੇਵਨਹਾਰ, ਜਿਹੜਾ ਦਾਤਾਂ ਦੇ ਰਿਹਾ ਹੈ ਜੀਵਾਂ ਨੂੰ, ਉਸ ਅਕਾਲ ਪੁਰਖ ਨੂੰ ਸਿਮਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਤੇਰੇ ਦਾਨੇ ਹੈ ਮੇਰੀ ਇਹ ਜਿੰਦੇ, ਇਹ ਸਿੱਖੋ ਆਪਣੇ ਮਨ ਨੂੰ ਸਮਝਾਓ ਕਿ हे ਮੇਰੇ ਮਨਾ, हे ਮੇਰੀ ਇਹ ਜਿੰਦੇ, ਤੇਰੇ ਦਾਨੇ ਕੀਮਤ ਨਾ ਪਵੈ, ਤੂੰ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਕਿਉਂਕਿ ਉਹ ਦਾਤਾ ਹੈ, ਉਹ ਦਾਨ ਕਰਨ ਵਾਲਾ ਹੈ, ਸਭਨਾਂ ਨੂੰ ਦੇਣ ਵਾਲਾ ਹੈ, ਦਾਨਾ ਹੈ। ਉਹ ਦਾਨਾ ਹੈ ਤਾਂ ਭਾਵ ਉਹ ਦਾਤਾਂ ਦੇਣ ਵਾਲਾ ਮਾਲਕ ਹੈ। ਦਾਨਾ ਕੀਮਤ ਨਾ ਪਵੇ, ਉਹਦੇ ਦਾਨ ਦੀ ਕੋਈ ਕੀਮਤ ਨਹੀਂ ਹੈ, ਉਹਦੀਆਂ ਬਖਸ਼ਿਸ਼ਾਂ ਦਾ ਕੋਈ ਮੁੱਲ ਨਹੀਂ ਹੈ ਕਿ ਉਹਨੇ ਕਿੰਨਿਆਂ ਨੂੰ ਬਖਸ਼ਿਸ਼ਾਂ ਕੀਤੀਆਂ, ਇਸ ਕਰਕੇ ਉਹਨੂੰ ਤੈਨੂੰ ਉਹਦੀ ਕੋਈ ਸਮਝ ਨਹੀਂ ਆ ਸਕਦੀ। ਤੇਰਾ ਭਾਵ ਹੈ ਮੇਰੀ ਜਿੰਦੇ, ਦਾਨੇ ਕੀਮਤ ਨਾ ਪਵੇ, ਤੈਨੂੰ ਉਹਦੇ ਦਾਨ ਦੀ, ਤੈਨੂੰ ਉਹਦੀਆਂ ਬਖਸ਼ਿਸ਼ਾਂ ਦੀ ਕੋਈ ਕੀਮਤ ਜਿਹੜੀ ਹੈ ਉਹ ਨਹੀਂ ਪੈ ਸਕਦੀ। ਤਿਸ ਦਾਤੇ ਕਵਣ ਸੁਮਾਰ, ਤਿਸ ਦਾਤੇ, ਉਹਨੂੰ ਜਿਹੜਾ ਹੈ, ਉਹ ਜਿਹੜਾ ਦਾਤਾ ਹੈ, ਦਾਤਾਂ ਦੇਣ ਵਾਲਾ, ਕਵਣ ਸੁਮਾਰ, ਉਹਦਾ ਤੂੰ ਕਿਵੇਂ ਅੰਦਾਜ਼ਾ ਲਾ ਸਕਦਾ, ਉਹਦਾ ਕਿਵੇਂ ਅੰਤ ਪਾ ਸਕਦਾ। ਸੁਮਾਰ ਦਾ ਅਰਥ ਹੈ ਕਿ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੁਮਾਰ ਕਿ ਉਹ ਕਿੰਨਾ ਫੈਲਿਆ ਹੋਇਆ ਹੈ, ਉਹ ਕੈਸਾ ਹੈ, ਉਹਦਾ ਤੂੰ ਅੰਤ ਨਹੀਂ ਪਾ ਸਕਦਾ। ਤੇਰੇ ਦਾਨੇ ਕੀਮਤ ਨਾ ਪਵੇ, ਇਸ ਦਾਤੇ ਕਮਨ ਸੁਮਾਰ, ਉਹਦੇ ਬਾਰੇ ਤੂੰ ਕੀ ਜਾਣ ਸਕਦਾ ਹੈ, ਜਿਹੜਾ ਇੰਨਾ ਵੱਡਾ ਦਾਤਾ ਹੈ, ਜਿਹੜਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਹੈ, ਸਾਰਿਆਂ ਨੂੰ ਪਾਲਣ ਵਾਲਾ ਹੈ, ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ, ਉਹਦੀ ਤੂੰ ਕੀਮਤ ਨਹੀਂ ਪਾ ਸਕਦਾ। ਇਸ ਕਰਕੇ ਉਹਨੂੰ ਸਿਮਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਸੰਬਤ ਸਾਹਾ ਲਿਖਿਆ, ਸੰਬਤ ਦਾ ਅਰਥ ਹੁੰਦਾ ਸਾਲ। ਸਾਹਾ, ਸਾਹਾ ਭਾਵ ਜਿਵੇਂ ਸਾਹਾ ਬੰਨ ਦਿੰਦੇ ਨਾ, ਵਿਆਹ ਦਾ ਸਾਹਾ ਇੱਕ ਦਿਨ ਨਿਯਤ ਕਰ ਦਿੰਦੇ ਆ ਕਿ ਇਸ ਦਿਨ ਲੜਕੀ ਦਾ ਤੇ ਲੜਕੇ ਦਾ ਵਿਆਹ ਹੋਣਾ, ਉਹ ਦਿਨ ਨੂੰ ਨਿਯਤ ਕਰਕੇ ਪੱਕਾ ਕਰਕੇ ਤੇ ਉਹ ਫਿਰ ਲੜਕੇ ਵਾਲਿਆਂ ਵੱਲ ਸੁਨਾਹ ਭੇਜ ਦਿੰਦੇ ਕਿ ਭਾਈ ਆਹ ਦਿਨ ਨਿਯਤ ਕੀਤਾ, ਫਿਰ ਉਹ ਓਕੇ ਕਰ ਦਿੰਦੇ ਆ। ਤੇ ਉਸ ਦਿਨ ਫਿਰ ਲਾੜਾ ਆਉਂਦਾ ਤੇ ਉਹ ਜੰਜ ਲੈ ਕੇ ਆਉਂਦਾ ਤੇ ਬੱਚੀ ਨੂੰ ਵਿਆਹ ਕੇ, ਲਾੜੀ ਨੂੰ ਵਿਆਹ ਕੇ ਲੈ ਜਾਂਦਾ। ਤੇ ਇਸੇ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਸੰਬਤ ਸਾਹਾ ਲਿਖਿਆ, ਕਹਿੰਦੇ ਸਾਹਾ ਤੇਰਾ ਲਿਖਿਆ ਗਿਆ, ਇਹ ਨਾ ਸੋਚ ਕੇ ਮੇਰਾ ਸਾਹਾ ਨਹੀਂ ਲਿਖਿਆ ਗਿਆ। ਹਰ ਕਿਸੇ ਮਨੁੱਖ ਦਾ ਜਿਹੜਾ ਸਾਹਾ ਲਿਖਿਆ ਗਿਆ, ਕਿਹੜਾ ਸਾਹਾ? ਮੌਤ ਦਾ ਸਾਹਾ। ਮਨੁੱਖ ਜਨਮ ਤੋਂ ਪਹਿਲਾਂ ਹੀ ਮੌਤ ਲਿਖਾ ਕੇ ਸੰਸਾਰ ਤੇ ਆਇਆ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ ਆ ਕਿ ਤੇਰੀ ਮੌਤ ਦਾ ਜਿਹੜਾ ਸਾਹਾ ਨਾ, ਸੰਬਤ ਸਾਹਾ ਲਿਖਿਆ, ਤੇਰੀ ਮੌਤ ਦਾ ਸਾਹਾ ਲਿਖਿਆ ਗਿਆ ਆ। ਮਿਲ ਕਰ ਪਾਵੋ ਤੇਲ, ਫਿਰ ਕੀ ਹੁੰਦਾ ਜਦੋਂ ਪਤਾ ਲੱਗਦਾ ਕਿ ਇਸ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਜੋ ਲਾੜਾ ਹੈ ਉਹ ਬਰਾਤ ਲੈ ਕੇ ਆਵੇਗਾ, ਫਿਰ ਕੀ ਹੁੰਦਾ ਹੈ ਕਿ ਜਿਹੜੀਆਂ ਘਰ ਦੀਆਂ ਤੀਵੀਆਂ ਹੁੰਦੀਆਂ ਜਾਂ ਉਸ ਲੜਕੀ ਦੀਆਂ ਸਹੇਲੀਆਂ ਹੁੰਦੀਆਂ, ਫਿਰ ਉਹਨੂੰ ਲੜਕੀ ਨੂੰ ਉਹਦੇ ਸਿਰ ਦੇ ਉੱਤੇ ਤੇਲ ਪਾਉਂਦੀਆਂ, ਤੇਲ ਚੜਾਉਂਦੀਆਂ, ਜਿਹਨੂੰ ਤੇਲ ਚੜਾਇਆ ਜਾਂਦਾ। ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਤੇਰਾ ਵੀ ਸਾਹਾ ਭਾਈ ਲਿਖਿਆ ਗਿਆ ਹੈ। ਇਸ ਕਰਕੇ ਤੂੰ ਵੀ ਆਪਣੇ ਆਪ ਨੂੰ ਤੇਲ ਦੇ, ਭਾਵ ਆਪਣੇ ਸਿਰ ਦੇ ਉੱਤੇ ਤੂੰ ਵੀ ਤੇਲ ਸਤ ਸੰਗੀਆਂ ਦੇ ਕੋਲ ਬੈਠ ਕੇ ਨਾ ਤੇ ਨਾਮ ਰੂਪੀ ਤੇਲ ਜਿਹੜਾ ਹੈ ਨਾ ਉਹ ਚੜਵਾ ਤੂੰ ਵੀ, ਕਿਉਂਕਿ ਕੋਈ ਪਤਾ ਨਹੀਂ ਉਹਨੇ ਕਦੋਂ ਲੈ ਜਾਣਾ। ਇਹ ਤੇ ਪਤਾ ਹੈ ਵੀ ਲਾੜੇ ਨੇ ਇਸ ਦਿਨ ਆਉਣਾ ਜੰਜ ਲੈ ਕੇ ਤੇ ਉਸ ਦਿਨ ਅਸੀਂ ਜਿਹੜਾ ਹੈ ਲਾੜੀ ਨੂੰ ਵਿਆਹ ਕੇ ਲੈ ਜਾਣਾ, ਪਰ ਤੇਰਾ ਕੋਈ ਪਤਾ ਨਹੀਂ ਕਿ ਅੱਜ ਤੇਰੇ ਕੋਲ ਹੈ ਤੇ ਅਗਲਾ ਸਵਾਸ ਹੈ ਕਿ ਨਹੀਂ ਹੈ, ਕੱਲ ਤੇਰੇ ਕੋਲ ਹੈ ਕਿ ਨਹੀਂ ਹੈ। ਇਸ ਕਰਕੇ ਤੇਰਾ ਜਿਹੜਾ ਮੌਤ ਵਾਲਾ ਸਾਹਾ ਲਿਖਿਆ ਗਿਆ, ਇਸ ਕਰਕੇ ਤੂੰ ਨਾ ਸਾਧ ਸੰਗਤ ਵਿੱਚ ਜਾਇਆ ਕਰ, ਉੱਥੇ ਬੈਠ ਕੇ ਜਿਹੜੇ ਸਤ ਸੰਗੀ ਸਹੇਲੀਆਂ ਹਨ ਤੇਰੀਆਂ, ਉਹਨਾਂ ਨਾਲ ਬੈਠ ਕੇ ਤੂੰ ਨਾ ਉੱਥੇ ਬੈਠ ਕੇ ਤੇਲ ਜਿਹੜਾ, ਜਿਵੇਂ ਉਹ ਤੇਲ ਪਾਉਂਦੀਆਂ ਨਾ ਸਿਰ ਦੇ ਵਿੱਚ, ਜਿਹਨੇ ਵਿਆਹ ਹੁੰਦਾ ਜਿਸ ਬੱਚੀ ਦਾ, ਉਸ ਤਰ੍ਹਾਂ ਤੂੰ ਬੈਠ ਕੇ ਸਤ ਸੰਗਤ ਸਖੀਆਂ ਦੇ ਨਾਲ ਬੈਠ ਕੇ ਤੇ ਪ੍ਰਮਾਤਮਾ ਦਾ ਸਿਮਰਨ ਕਰ। ਉਹ ਤੇਲ ਜਿਹੜਾ ਹੈ ਨਾ ਨਾਮ ਰੂਪੀ ਤੇਲ, ਉਹ ਤੇਲ ਆਪਣੇ ਜਿਹੜਾ ਹੈ ਅੰਕਿਸ਼ ਕਰਨ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਉਹ ਤੇਲ ਨਾਮ ਰੂਪੀ ਤੇਲ ਜਿਹੜਾ ਵਸਾ। ਸੰਬਤ ਸਾਹ ਤੇਰਾ ਲਿਖਿਆ ਗਿਆ ਹੈ, ਤੇਰੀ ਮੌਤ ਦਾ ਦਿਨ ਜਿਹੜਾ ਉਹ ਅਟੱਲ ਹੈ, ਉਹ ਪਤਾ ਹੀ ਨਹੀਂ ਤੈਨੂੰ ਕਦੋਂ ਆ ਜਾਏ। ਇਸ ਕਰਕੇ ਸਤ ਸੰਗਤ ਵਿੱਚ ਜਾਇਆ ਕਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ,
ਜਿਉਂ ਹੋਵੇ ਸਾਹਿਬ ਸੁਮੇਲ। ਫਿਰ ਕੀ ਹੁੰਦਾ, ਫਿਰ ਉਹ ਸਾਰੇ ਜਿਹੜੇ ਤੇਲ ਚੜਾਉਂਦੇ ਆ ਉਹ ਫਿਰ ਉਹਨੂੰ ਸੀਸਾਂ ਵੀ ਦਿੰਦੇ ਆ ਕਿ ਬੱਚੀਏ ਤੂੰ ਆਪਣੇ ਹੁਣ ਪਤੀ ਦੇ ਘਰ ਜਾਣਾ ਹੈ ਤੇ ਤੈਨੂੰ ਸਾਡੀਆਂ ਬੜੀਆਂ ਸੀਸਾਂ ਉੱਤੇ ਤੂੰ ਸੁਖੀ ਵਸੇ, ਉੱਥੇ ਜਾ ਕੇ ਤੈਨੂੰ ਤੈਨੂੰ ਸਾਰਿਆਂ ਦਾ ਪਿਆਰ ਮਿਲੇ। ਇਸ ਤਰ੍ਹਾਂ ਸੀਸਾਂ ਦਿੰਦੇ ਨਾ, ਤੇ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਤੂੰ ਵੀ ਉਸ ਪਰਮਾਤਮਾ ਦੇ ਘਰ ਜਾਣਾ ਇੱਕ ਦਿਨ। ਇਸ ਕਰਕੇ ਤੂੰ ਅਸੀਸਾਂ ਲੈ, ਸਤ ਸੰਗਤ 'ਚ ਬੈਠ ਕੇ ਸਖੀਆਂ ਦੇ ਨਾਲ ਇੱਕ ਦੂਸਰੇ ਦੀ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਨਾਮ ਬਾਣੀ ਪੜ੍ਹਨ ਵਾਲਾ ਸਿੱਖ ਹੈ, ਇਹਦੇ ਤੇ ਕਿਰਪਾ ਕਰ। ਇੱਕ ਦੂਸਰੇ ਦੀ ਅਰਦਾਸ, ਇੱਕ ਦੂਸਰੇ ਦੀਆਂ ਅਸੀਸੜੀਆਂ ਲਿਆ ਕਰੋ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ, ਕਿਉਂਕਿ ਉਸ ਸਾਹਿਬ ਦੇ ਨਾਲ ਸਾਡਾ ਸਾਰਿਆਂ ਦਾ ਮੇਲ ਹੋਣਾ ਹੈ। ਤੇ ਜੇ ਉਹ, ਕਿਉਂਕਿ ਜਦੋਂ ਸਰੀਰ ਛੱਡ ਕੇ ਜਾਣਾ ਉਦੋਂ ਤਾਂ ਉਹਨੂੰ ਮਿਲਣਾ ਹੀ ਆ, ਉਸ ਅਕਾਲ ਪੁਰਖ ਦੇ ਕੋਲ ਉਦੋਂ ਜਾਣਾ ਹੀ ਆ। ਪਰ ਜੇ ਸਤ ਸੰਗਤ ਕਰਕੇ ਜਾਵਾਂਗੇ ਤੇ ਫਿਰ ਜਿਹੜਾ ਹੈ ਉਹ ਸਾਹਿਬ ਦੇ ਨਾਲ ਸੱਚਾ ਮੇਲ ਹੋ ਜਾਂਦਾ, ਫਿਰ ਦੁਬਾਰਾ ਨਹੀਂ ਮਰਨ ਹੁੰਦਾ ਉਸ ਮਨੁੱਖ ਦਾ। ਇਸ ਕਰਕੇ ਦੇਹੋ ਸੱਜਣ ਅਸੀਸੜੀਆਂ, ਸਤ ਸੰਗਤ ਦੇ ਵਿੱਚ ਜਾ ਕੇ ਅਸੀਸਾਂ ਲਿਆ ਕਰ ਸਤ ਸੰਗੀਆਂ ਦੀਆਂ। ਸਤ ਸੰਗੀਆਂ ਕੋਲ ਬੈਠ ਕੇ ਇੱਕ ਦੂਜੇ ਦੀ ਅਰਦਾਸ ਕਰਿਆ ਕਰੋ, ਭਾਈ ਕਿ ਵਾਹਿਗੁਰੂ ਚੜ੍ਹਦੀ ਕਲਾ ਦੀ ਦਾਤ ਬਖਸ਼, ਜੀਵਨ ਦੀ ਉਚਾਈ ਬਖਸ਼, ਜੀਵਨ ਦੇ ਵਿੱਚ ਵਿਕਾਰਾਂ ਤੋਂ ਬਚਣ ਦੀ ਜਿਹੜੀ ਹੈ ਉਹ ਦਾਤ ਬਖਸ਼। ਇਸ ਤਰ੍ਹਾਂ ਇੱਕ ਦੂਜੇ ਦੀਆਂ ਅਸੀਸੜੀਆਂ, ਇੱਕ ਦੂਜੇ ਦੀਆਂ ਅਰਦਾਸਾਂ ਕਰਿਆ ਕਰੋ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ, ਘਰ ਘਰ ਇਹੋ ਪਹੁੰਚਾ। ਪਹੁੰਚਾ ਦਾ ਅਰਥ ਹੁੰਦਾ ਹੈ ਸਾਹੇ ਚਿੱਠੀ। ਪਹੁੰਚਾ ਉੱਤੇ ਟਿੱਪੀ ਨਹੀਂ ਲਾਉਣੀ, ਪਹੁੰਚਾ, ਪਹੁੰਚਾ ਪੜ੍ਹਨਾ ਇਹਨੂੰ। ਪਹੁੰਚਾ ਦਾ ਅਰਥ ਹੁੰਦਾ ਸਾਹੇ ਚਿੱਠੀ ਜਿਹੜੀ ਦਿੰਦੇ ਆ, ਜਿਹਨੂੰ ਪਹੁੰਚਾਉਂਦੇ ਆ ਅੱਗੇ ਕਿ ਆਹ ਸਾਹੇ ਚਿੱਠੀ ਹੈ ਤੇ ਉਹਦੇ ਤੇ ਸਾਰਾ ਲਿਖਿਆ ਹੁੰਦਾ ਕਿ ਕਿਵੇਂ ਕਿਵੇਂ ਜੰਜ ਆਏਗੀ, ਕਿੰਨੇ ਜੀ ਆਉਣਗੇ, ਆਪ ਜੀ ਨੂੰ ਪਤਾ ਇਹਦੇ ਬਾਰੇ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਤਿਗੁਰੂ ਕਹਿੰਦੇ ਆ ਕਿ ਉਹ ਤੇ ਇੱਕੋ ਵਾਰੀ ਪਹੁੰਚਾ ਜਾਂਦਾ ਹੈ, ਜਿਹੜਾ ਹੈ ਲਾਗੀ ਲੈ ਕੇ ਜਾਂਦਾ ਕਿ ਇੰਨੇ ਜਾਣੇ ਉਸੇ ਦਿਨ ਹੀ ਆ ਜਾਂਦਾ ਹੈ ਬਰਾਤ ਲੈ ਕੇ ਲਾੜਾ, ਜਿਸ ਦਿਨ ਨਿਯਤ ਕੀਤਾ ਹੁੰਦਾ। ਪਰ ਸਤਿਗੁਰੂ ਕਹਿੰਦੇ ਆ ਨਿਤ ਨਿਤ ਸਦੜੇ ਪੈ ਰਹੇ ਤੈਨੂੰ, ਨਿਤ ਨਿਤ ਹਰ ਰੋਜ਼, ਪਤਾ ਨਹੀਂ ਕਿਸ ਦਿਨ ਉਹਨੇ ਤੈਨੂੰ ਲੈ ਜਾਣਾ ਹੈ ਤੇ ਉਹ ਤੈਨੂੰ ਸਾਹੇ ਚਿੱਠੀਆਂ, ਜਿਸ ਦਿਨ ਉਹਦੀ ਸਾਹੇ ਚਿੱਠੀ ਤੇਰੇ ਨਾਂ ਦੀ ਆ ਗਈ ਉਸੇ ਦਿਨ ਉਹਨੇ ਤੈਨੂੰ ਲੈ ਜਾਣਾ ਹੈ। ਉਹ ਤੇਰੀ ਕਿਸੇ ਤਰ੍ਹਾਂ ਦੀ ਕਿਸੇ ਨੇ ਮੰਨਣੀ ਨਹੀਂ ਹੈ। ਇਸ ਕਰਕੇ ਉਹਦੇ ਸੋਹਲੇ, ਉਹਦੇ ਗੀਤ ਗਾ ਸਤ ਸੰਗਤ ਵਿੱਚ ਬੈਠ ਕੇ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਨਿਤ ਸਦੜੇ ਪੈ ਰਹੇ ਆ, ਨਿਤ ਉਸਦੇ ਹਰੀ ਦੇ ਘਰ ਦੇ ਵਿੱਚੋਂ ਸਦੜੇ ਪੈ ਰਹੇ ਆ। ਇਹਦੇ ਅਰਥ ਇਸ ਤਰ੍ਹਾਂ ਵੀ ਹੋ ਸਕਦੇ ਆ ਸਾਧ ਸੰਗਤ ਕਿ ਤੂੰ ਸੰਗਤ ਵਿੱਚ ਜਾ, ਕਿਉਂਕਿ ਸੰਗਤ ਦੇ ਵਿੱਚ ਸਤਿਗੁਰਾਂ ਦੀ ਬਾਣੀ ਦੇ ਸਦੜੇ ਜਿਹੜੇ ਆ ਨਾ ਤੈਨੂੰ ਨਿਤ ਪੈ ਰਹੇ ਆ। ਨਿਤ ਸਤਿਗੁਰੂ ਬਖਸ਼ਿਸ਼ ਕਰਦੇ ਆ, ਰੋਜ਼ ਹੀ ਆਵਾਜ਼ਾਂ ਮਾਰ ਮਾਰ ਕਹਿੰਦੇ ਆ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਆਵੋ, ਆਵਾਜ਼ਾਂ ਮਾਰ ਰਹੇ ਗੁਰੂ ਸਾਹਿਬ ਕਿ ਆਵੋ ਸਿੱਖੋ, ਆ ਕੇ ਬਾਣੀ ਪੜੋ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਸ ਤਰ੍ਹਾਂ ਦੇ ਸਦੜੇ ਸਤ ਸੰਗਤ ਦੇ ਘਰ ਵਿੱਚੋਂ ਵੀ ਪੈ ਰਹੇ ਆ। ਇਸ ਕਰਕੇ ਤੂੰ ਜਾ ਕੇ ਉਸ ਸਤ ਸੰਗਤ ਘਰ ਦੇ ਵਿੱਚ ਉਸ ਪਰਮਾਤਮਾ ਨੂੰ ਸਿਮਰ, ਉਹਨੂੰ ਯਾਦ ਕਰ, ਬਾਣੀ ਪੜ, ਸਿਮਰਨ ਕਰ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਸੱਦਨ ਹਾਰਾ ਸਿਮਰਿਐ, ਜਿਹੜਾ ਸੱਦਨ ਹਾਰਾ ਕੌਣ ਹੈ? ਅਕਾਲ ਪੁਰਖ, ਜਿਹਨੇ ਸਾਨੂੰ ਲੈ ਕੇ ਜਾਣਾ, ਜਿਹੜਾ ਸਾਨੂੰ ਨਿਤ ਸਦੜੇ ਦੇ ਰਿਹਾ, ਜਿਹਨੇ ਸਾਨੂੰ ਬਣਾਇਆ ਹੈ, ਸਿਰਜਿਆ ਹੈ, ਸਵਾਰਿਆ ਹੈ, ਉਹਨੇ ਸਾਨੂੰ ਲੈ ਕੇ ਵੀ ਇੱਕ ਦਿਨ ਜਾਣਾ ਹੈ। ਸਤਿਗੁਰੂ ਕਹਿੰਦੇ ਉਹਨੂੰ ਸਿਮਰ, ਉਹਨੂੰ ਯਾਦ ਕਰ। ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ, ਕਿ ਪਤਾ ਨਹੀਂ ਉਹ ਦੇਹ ਕਦੋਂ ਆ ਜਾਵੇ, ਕਦੋਂ ਉਹ ਦਿਨ ਆ ਜਾਵੇ ਜਿਸ ਦਿਨ ਤੈਨੂੰ ਇਸ ਸੰਸਾਰ ਦੇ ਉੱਤੋਂ ਜਾਣਾ ਪੈ ਜੇ। ਇਸ ਕਰਕੇ ਉਸ ਪਰਮਾਤਮਾ ਨੂੰ ਸਿਮਰਨਾ ਨਾ ਭੁੱਲ, ਉਹਨੂੰ ਯਾਦ ਕਰਨਾ ਨਾ ਭੁੱਲ, ਕਿਉਂਕਿ ਤੇਰੇ ਸਵਾਸਾਂ ਦਾ ਕੋਈ ਪਤਾ ਨਹੀਂ ਕਿ ਤੈਨੂੰ ਕਦੋਂ ਸਦੜਾ ਪੈ ਜੇ ਤੇ ਕਦੋਂ ਤੈਨੂੰ ਸਾਰਾ ਕੁਝ ਤੇਰੇ ਕੰਮ ਧੰਦੇ ਵਿੱਚੇ ਧਰੇ ਰਹਿ ਜਾਂਦੇ ਆ ਨਾ। ਜਿਹੜਾ ਮਨੁੱਖ ਕਹਿੰਦਾ ਹੁੰਦਾ ਕਿ ਸਾਰਾ ਕੁਝ ਮੇਰਾ ਹੈ ਤੇ ਜੇ ਮੈਂ ਛੱਡ ਕੇ ਚਲ ਗਿਆ ਪਤਾ ਨਹੀਂ ਕਿਸੇ ਦਾ ਇੱਥੇ ਕਿਸੇ ਦਾ ਕੋਈ ਬਣਨਾ ਕਿ ਨਹੀਂ ਬਣਨਾ। ਪਰਿਵਾਰ ਨੂੰ ਵੀ ਇੱਥੋਂ ਤੱਕ ਕਹਿ ਦਿੰਦਾ ਮੇਰੇ ਕਰਕੇ ਰੋਟੀ ਖਾਈ ਜਾਂਦੇ ਹੋ, ਜਿਸ ਦਿਨ ਮੈਂ ਛੱਡ ਕੇ ਚਲਾ ਗਿਆ ਨਾ ਉਸ ਦਿਨ ਦੇਖਾਂਗੇ। ਤੇ ਪਰ ਕਹਿੰਦੇ ਆ ਕਿ ਜਦੋਂ ਮਨੁੱਖ ਚਲਾ ਜਾਂਦਾ ਪਰਿਵਾਰ ਉਸੇ ਤਰ੍ਹਾਂ ਹੀ ਵੱਸਦਾ ਰਹਿੰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਆ ਕੇ ਕਹਿੰਦਾ, ਮਹਾਰਾਜ ਮੈਂ ਇੱਥੇ ਰਹਿ ਤੇ ਪਵਾਂ ਤੁਹਾਡੇ ਕੋਲ, ਪਰ ਮੇਰੇ ਪਰਿਵਾਰ ਦਾ ਪਤਾ ਨਹੀਂ ਮੇਰੇ ਪਿੱਛੋਂ ਕੀ ਬਣੇ। ਤੇ ਸਤਿਗੁਰਾਂ ਨੇ ਕਿਹਾ, ਸਿੱਖਾ ਨਹੀਂ ਕੋਈ ਕੁਛ ਨਹੀਂ ਹੁੰਦਾ ਤੇਰੇ ਪਰਿਵਾਰ ਨੂੰ, ਤੇਰਾ ਪਰਿਵਾਰ ਪਲੀ ਜਾਣਾ ਹੈ। ਉਹ ਕਹਿੰਦਾ ਜੀ ਸਤਿਗੁਰੂ ਏਦਾਂ ਥੋੜੀ ਹੁੰਦਾ ਹੈ, ਪਰਿਵਾਰ ਪਿੱਛੇ ਕਿੱਥੇ ਮੇਰੇ ਨਾਲ ਪਲਣਾ। ਮੇਰਾ ਕਹਿੰਦਾ ਆਨੰਦਪੁਰ ਆ ਕੇ ਮੈਨੂੰ ਆਨੰਦ ਬੜਾ ਆਉਂਦਾ। ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ। ਸਤਿਗੁਰਾਂ ਨੇ ਕਿਹਾ ਫਿਰ ਰਹਿ ਇੱਥੇ, ਕਹਿੰਦਾ ਰਹਿ ਤੇ ਪਵਾਂ ਪਰ ਮੇਰੇ ਪਰਿਵਾਰ ਦਾ ਨਹੀਂ ਸਰਨਾ। ਸਤਿਗੁਰੂ ਕਹਿੰਦੇ ਤੇਰੇ ਪਰਿਵਾਰ ਦਾ ਕੰਮ ਚੱਲੀ ਜਾਣਾ, ਤੂੰ ਫਿਕਰ ਨਾ ਕਰ। ਕਹਿੰਦਾ ਜੀ ਮੇਰੇ ਬਿਨਾਂ ਨਹੀਂ ਉਹ ਕੁਝ ਸਾਰ ਸਕਦੇ।
ਮੇਰੇ ਤੇ ਧੀਆਂ ਪੁੱਤਰ ਜਿਹੜੇ ਆ ਉਹਨਾਂ ਨੂੰ ਤੇ ਪਤਾ ਹੀ ਕੁਛ ਨਹੀਂ ਆ, ਉਹਨਾਂ ਨੂੰ ਤੇ ਕੰਮਕਾਰ ਦੀ ਅਕਲ ਨਹੀਂ, ਉਹ ਕਿੱਥੋਂ ਸਾਰਨਗੇ, ਮੈਂ ਹੀ ਉਹਨਾਂ ਦਾ ਸਾਰਾ ਕੁਝ ਸਾਰਦਾ। ਸਤਿਗੁਰੂ ਕਹਿੰਦੇ ਚੱਲ ਅੱਛਾ ਫਿਰ ਠੀਕ ਆ। ਸਤਿਗੁਰਾਂ ਨੇ ਚਿੱਠੀ ਲਿਖੀ, ਇੱਕ ਚਿੱਠੀ ਲਿਖ ਕੇ ਤੇ ਉਹ ਸਿੱਖ ਨੂੰ ਦੇਤੀ ਕਿ ਲੈ ਸਿੱਖਾ, ਫਲਾਣੇ ਪਿੰਡ ਚ ਚਲਾ ਜਾ ਤੇ ਉੱਥੇ ਸਾਡਾ ਸਿੱਖ ਆ, ਉਹਨੂੰ ਆ ਚਿੱਠੀ ਪਹੁੰਚਾ ਦੇ, ਉਹਨੂੰ ਚਿੱਠੀ ਦੇ ਦੇ। ਉਹ ਸਤਿਗੁਰਾਂ ਨੇ ਚਿੱਠੀ ਉਹਨੂੰ ਦੇ ਦਿੱਤੀ। ਉਹ ਲੈ ਗਿਆ ਜਿਸ ਪਿੰਡ ਸਤਿਗੁਰਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਉੱਥੇ ਗਿਆ ਤੇ ਸਤਿਗੁਰਾਂ ਨੇ ਚਿੱਠੀ ਜਿਹੜੀ ਦਿੱਤੀ ਸੀ ਉਹਨੇ ਜਾ ਕੇ ਤੇ ਉੱਥੇ ਫੜਾ ਦਿੱਤੀ। ਫੜਾ ਕੇ ਕਹਿੰਦਾ ਜੀ, ਕਹਿੰਦਾ ਵੀ ਸਿੱਖਾ ਤੇਰੇ ਵਾਸਤੇ ਚਿੱਠੀ ਭੇਜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਇਹ ਪੜ੍ਹ ਲਾ। ਉਹਨੇ ਪੜ੍ਹਿਆ, ਸਿੱਖ ਨੇ ਚਿੱਠੀ ਖੋਲੀ, ਪੜ੍ਹੀ, ਤੇ ਉਹਦੇ ਵਿੱਚ ਲਿਖਿਆ ਸੀ ਕਿ ਇਹ ਜਿਹੜਾ ਸਿੱਖ ਤੇਰੇ ਕੋਲ ਭੇਜਿਆ ਨਾ ਸਿੱਖਾ, ਇਹਨੂੰ ਆਪਣੇ ਘਰ 'ਚ ਰੱਖਣਾ, ਇਹਨੂੰ ਘੱਟ ਤੋਂ ਘੱਟ 6 ਮਹੀਨੇ ਆਪਣੇ ਘਰ ਦੇ ਵਿੱਚ ਰੱਖਣਾ ਹੈ, ਤੇ ਜਲ ਪਾਣੀ ਦੀ ਤੋੜ ਨਹੀਂ ਆਉਣ ਦੇਣੀ, ਪ੍ਰਸ਼ਾਦਾ ਪਾਣੀ ਚੰਗਾ ਖਵਾਉਣਾ ਹੈ, ਤੇ ਕਿਸੇ ਤਰ੍ਹਾਂ ਦੀ ਕੋਈ ਇਹਨੂੰ ਜਿਹੜੀ ਪਰੇਸ਼ਾਨੀ ਨਾ ਆਵੇ, ਪਰ ਇਹਨੂੰ ਘਰ ਨਹੀਂ ਜਾਣ ਦੇਣਾ, ਇਹਨੂੰ ਕਿਤੇ ਨਹੀਂ ਜਾਣ ਦੇਣਾ, ਬਸ ਆਪਣੇ ਘਰ 'ਚ ਹੀ ਰੱਖਣਾ। ਹੁਣ ਗੁਰੂ ਦਾ ਹੁਕਮ ਸੀ, ਸਿੱਖ ਨੇ ਮੰਨਣਾ ਸੀ, ਤੇ ਸਿੱਖ ਨੇ ਕਿਹਾ ਵੀ ਭਾਈ ਸਿੱਖਾ, ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹਨੂੰ ਕਹਿੰਦਾ ਭਾਈ ਸਿੱਖਾ ਗੱਲ ਇੰਝ ਆ, ਗੁਰੂ ਗੋਬਿੰਦ ਸਿੰਘ ਨੇ ਆ ਸੁਨੇਹਾ ਭੇਜਿਆ ਵੀ ਤੇਰੀ ਮੈਂ ਸੇਵਾ ਪਾਣੀ ਪੂਰੀ ਕਰਾਂ, ਪਰ ਤੈਨੂੰ ਘਰ ਨਹੀਂ ਜਾਣ ਦੇਣਾ। ਉਹ ਕਹਿੰਦਾ ਮੇਰਾ ਤੇ ਘਰ ਦਾ ਸਰਨਾ ਨਹੀਂ, ਕਹਿੰਦਾ ਮੈਂ ਆਪਣੇ ਗੁਰੂ ਦਾ ਹੁਕਮ ਜਿਹੜਾ ਉਹ ਨਹੀਂ ਛੱਡ ਸਕਦਾ, ਗੁਰੂ ਦਾ ਹੁਕਮ ਮੇਰਾ ਮੰਨਣਾ ਫਰਜ਼ ਆ, ਤੂੰ ਮੇਰੇ ਘਰ ਬਹਿ ਜਾ। ਤੇ ਉਹਨੇ ਪਹਿਲਾਂ ਤੇ ਬੜਾ ਨਾ ਨੂੰ ਕੀਤੀ, ਫਿਰ ਉਹ ਕਹਿੰਦਾ ਕੋਈ ਨਹੀਂ, ਜੇ ਨਾ ਜਾਏ, ਜੇ ਜਾਣਾ ਆ ਤੇ ਤਾਂ ਵੀ ਤੈਨੂੰ ਮੈਂ ਬਾਹੋਂ ਫੜ ਕੇ ਅੰਦਰ ਬੰਦ ਕਰ ਦਾਂਗਾ, ਜਲ ਪਾਣੀ ਸਤਿਗੁਰਾਂ ਨੇ ਕਿਹਾ ਤੋੜ ਨਹੀਂ ਆਉਣ ਦੇਣੀ, ਪਰ ਕਿਤੇ ਨੇ ਜਾਣ ਨਹੀਂ ਦੇਣਾ ਕਿਤੇ, ਇਹ ਵੀ ਸਤਿਗੁਰਾਂ ਨੇ ਕਿਹਾ। ਤੇ ਉਹਨੇ ਅੰਦਰ ਰੱਖ ਲਿਆ, 6 ਮਹੀਨੇ ਉਸੇ ਤਰ੍ਹਾਂ ਬੈਠਾ ਰਿਹਾ, ਉਹਦੇ ਘਰ ਹੀ ਸਿੱਖ ਦੇ ਪ੍ਰਸ਼ਾਦਾ ਪਾਣੀ ਛਕਦਾ ਰਿਹਾ, ਸਾਰਾ ਕੁਝ ਚੱਲਦਾ ਰਿਹਾ, ਚੰਗੀ ਸਿੱਖ ਨੇ ਟਹਿਲ ਸੇਵਾ ਕੀਤੀ। 6 ਮਹੀਨਿਆਂ ਬਾਅਦ ਫਿਰ ਉੱਥੋਂ ਆਇਆ ਅਨੰਦਪੁਰ ਸਾਹਿਬ, ਸਤਿਗੁਰਾਂ ਨੂੰ ਆ ਕੇ ਕਹਿੰਦਾ ਤੁਸੀਂ ਬੜੀ ਚੰਗੀ ਕੀਤੀ ਮੇਰੇ ਨਾਲ, ਮੈਂ ਤੇ 6 ਮਹੀਨੇ ਬੈਠਾ ਰਿਹਾ ਤੇ ਮੇਰੇ ਪਰਿਵਾਰ ਦਾ ਕੀ ਬਣੂ। ਸਤਿਗੁਰ ਕਹਿੰਦੇ ਜਾ ਹੁਣ ਆਪਣੇ ਘਰ ਚਲ ਜਾ, ਜਾ ਕੇ ਪਰਿਵਾਰ ਵੇਖ ਤੇਰੇ ਪਰਿਵਾਰ ਦਾ ਕੀ ਹਾਲ ਹੈ। ਘਰ ਗਿਆ, ਦੇਖਿਆ 2 ਪੁੱਤਰ ਸਨ, ਦੋਵੇਂ ਜਿਹੜੇ ਸੀ ਚੰਗੇ ਕੇ ਸ਼ਾਹੂਕਾਰ ਦੇ ਨਾਲ ਕੰਮ ਤੇ ਲੱਗੇ, ਘਰ ਪਰਿਵਾਰ ਉਸੇ ਤਰ੍ਹਾਂ ਚੱਲਦਾ ਪਿਆ। ਜਿਹੜੀ ਇਸਤਰੀ ਆ ਉਹ ਵੀ ਆਪਣਾ ਕਾਰੋਬਾਰ ਕਰਕੇ ਕਮਾ ਰਹੀ ਹੈ, ਸਾਰਾ ਕੁਝ ਖਾ ਰਿਹਾ, ਉਹਦੇ ਨਾਲੋਂ ਵੀ ਚੰਗਾ ਕਾਰੋਬਾਰ ਚੱਲ ਰਿਹਾ ਸੀ। ਇਸ ਕਰਕੇ ਸਤਿਗੁਰਾਂ ਨੇ ਉੱਥੇ ਸਮਝਾਇਆ ਸਾਖੀ ਤੋਂ ਕਿ ਤੇਰੇ ਜਿਹੜੇ ਕਾਰਜ ਆ ਨਾ, ਤੇਰੇ ਕੰਮਕਾਰ ਜਿਹੜੇ ਆ ਉਹ ਇਸੇ ਤਰ੍ਹਾਂ ਚੱਲਦੇ ਰਹਿਣੇ ਆ, ਮਤ ਸੋਚੀ ਕਿ ਮੈਂ ਨਹੀਂ ਹੋਵਾਂਗਾ ਤੇ ਪਤਾ ਨਹੀਂ ਇਹ ਕਾਰੋਬਾਰ ਚੱਲਣੇ ਕਿ ਨਹੀਂ, ਮੇਰੇ ਧੀਆ ਪੁੱਤਰ ਕਰਨਗੇ ਕੀ, ਪਤਾ ਨਹੀਂ ਇਹਨਾਂ ਨੂੰ ਕੋਈ ਖਾਣ ਨੂੰ ਦੇਵੇਗਾ ਕਿ ਨਹੀਂ, ਕਿਉਂਕਿ ਉਹ ਅਕਾਲ ਪੁਰਖ ਨੇ ਜੇ ਸਾਰਿਆਂ ਨੂੰ ਸਾਜਿਆ ਨਾ ਤੇ ਉਹਨੇ ਸਾਰਿਆਂ ਦਾ ਰਿਜ਼ਕ ਮਾਲਕ, ਰਿਜ਼ਕ ਦੇਣ ਵਾਲਾ ਵੀ ਉਹ ਆਪ ਹੈ, ਉਹਨੇ ਰਿਜ਼ਕ ਵੀ ਸਾਰਿਆਂ ਨੂੰ ਦੇਣਾ। ਇਸ ਕਰਕੇ ਸਤਿਗੁਰੂ ਕਹਿੰਦੇ ਆ ਕਿ ਤੈਨੂੰ ਸਦੜੇ ਆ ਰਹੇ ਆ ਉਸ ਅਕਾਲ ਪੁਰਖ ਦੇ, ਤੇ ਉਹਨੂੰ ਸਿਮਰਨਾ ਕਰ, ਐਵੇਂ ਖੁਸ਼ੀਆਂ ਗੱਲਾਂ ਵੱਲ ਨਾ ਪੈ, ਐਵੇਂ ਭੱਜਾ ਨਾ ਫਿਰ ਸੰਸਾਰ ਦੇ ਕਾਰਾਂ ਵਿਹਾਰਾਂ ਦੇ ਵਿੱਚ, ਉਹ ਕਾਰ ਵਿਹਾਰ ਕਰ, ਪਰ ਇੱਕ ਗੱਲ ਯਾਦ ਰੱਖ ਕਿ ਮੌਤ ਅਟਲ ਸਚਾਈ ਹੈ, ਮੌਤ ਆਉਣੀ ਹੀ ਆਉਣੀ ਹੈ, ਤੇ ਉਹ ਪਤਾ ਨਹੀਂ ਕਦੋਂ ਲੈ ਜਾਵੇ। ਇਸ ਕਰਕੇ ਉਸ ਪਰਮਾਤਮਾ ਨੂੰ ਸਿਮਰ। ਕਈ ਕਹਿੰਦੇ ਆ ਜੀ ਹੁਣ ਜਵਾਨੀ ਹੈ, ਹੁਣ ਕੀ ਲੋੜ ਹੈ, ਕੋਈ ਨਹੀਂ ਜਦੋਂ ਬੁੱਢੇ ਹੋ ਜਾਾਂਗੇ ਸਿਮਰ ਲਾਂਗੇ, ਤੇ ਕੋਈ ਪਤਾ ਨਹੀਂ ਭਾਵੇਂ ਜਵਾਨੀ ਵਿੱਚ ਲੈ ਜੇ, ਉਹਦਾ ਕੀ ਪਤਾ, ਇੱਕ ਕੋਈ ਰੱਖ ਕੇ ਲਿਖ ਕੇ ਥੋੜੀ ਉਹਨੇ ਦਿੱਤਾ ਕਿ ਤੁਹਾਨੂੰ ਬੁੱਢੇ ਬਾਰੇ ਹੀ ਲੈ ਕੇ ਜਾਣਾ, ਕੋਈ ਪਤਾ ਨਹੀਂ ਅੱਜ ਕਿ ਹੱਸਦਾ ਖੇਡਦਾ ਕੱਲ ਨੂੰ ਕੋਈ ਪਤਾ ਨਹੀਂ ਉਹ ਲੈ ਜੇ। ਇਸ ਕਰਕੇ ਉਹਨੂੰ ਸਿਮਰ, ਭਾਵੇਂ ਜਵਾਨੀ ਦੇ ਅਸਲ ਚ ਆਨੰਦ ਜਵਾਨੀ ਚ ਸਿਮਰੇਗਾ ਤੇ ਫੇਰ ਹੀ ਬੁਢਾਪੇ ਵੇਲੇ ਆਦਤ ਪਵੇਗੀ ਨਾ, ਜੇ ਜਵਾਨੀ ਚ ਨਹੀਂ ਸਿਮਰਿਆ ਫਿਰ ਬੁਢਾਪੇ ਵੇਲੇ ਹਾਏ ਹਾਈ ਕਰਨਾ, ਸਿਮਰਨ ਥੋੜੀ ਹੋਣਾ ਫਿਰ ਬੁਢਾਪੇ ਵੇਲੇ। ਇਸ ਕਰਕੇ ਸਤਿਗੁਰ ਕਹਿੰਦੇ ਉਸ ਅਕਾਲ ਪੁਰਖ ਨੂੰ ਭਾਈ ਤੂੰ ਸਿਮਰ, ਉਹਨੂੰ ਯਾਦ ਕਰ, ਨਿਤ ਨਿਤ ਉਹਦੇ ਜਿਹੜੇ ਸਦੜੇ ਪੈ ਰਹੇ ਆ, ਕੋਈ ਨਹੀਂ ਪਤਾ ਕਿਸ ਦਿਨ ਤੇਰੀ ਵਾਰੀ ਆ ਜੇ, ਕਿਸ ਦਿਨ ਤੇਰੇ ਨਾਂ ਦਾ ਸਾਹਾ ਆ ਜੇ ਤੇ ਉਹ ਅਕਾਲ ਪੁਰਖ ਤੈਨੂੰ ਜਿਹੜਾ ਹੈ ਆਪਣੇ ਨਾਲ ਲੈ ਜਾਵੇ। ਹੁਣ ਸਤਿਗੁਰਾਂ ਨੇ ਇੱਥੇ ਪਹਿਲਾ ਸ਼ਬਦ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਸਮਾਪਤ ਕੀਤਾ ਹੈ। ਇਸ ਤੋਂ ਬਾਅਦ ਆ ਦੂਸਰਾ ਸ਼ਬਦ ਜੋ ਹੈ ਆਪ ਜੀ ਦੀ ਸਕਰੀਨ ਤੇ ਆ ਗਿਆ, ਬੜੀ ਡੂੰਘੀ ਵਿਚਾਰ ਹੈ। ਰਾਗ ਆਸਾ ਮਹੱਲਾ ਪਹਿਲਾ, ਆਸਾ ਰਾਗ ਹੈ, ਮਹੱਲਾ ਪਹਿਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਛੇ ਘਰ, ਛਿਆ ਨਹੀਂ ਪੜਨਾ, ਛਿਆ ਨਹੀਂ ਪੜਨਾ, ਛੇ ਇਸ ਤਰ੍ਹਾਂ ਪੜਨਾ, ਛੇ ਘਰ, ਛੇ ਨੂੰ ਥੋੜਾ ਲੰਬਾ ਕਰ ਦੇਣਾ, ਬਸ ਇੰਨਾ ਕੀ ਹੈ, ਐੜੇ ਨੂੰ ਕਰਨਾ ਲੱਗ ਜਾਣਾ, ਜੇ ਆਪਾਂ ਛਿਆ ਪੜਾਂਗੇ ਨਾ ਫਿਰ ਐੜੇ ਨੂੰ ਕਰਨਾ ਲੱਗ ਜਾਏਗਾ, ਇਸ ਕਰਕੇ ਛਿਆ ਨਹੀਂ ਪੜਨਾ, ਛੇ ਘਰ, ਛੱਸੇ ਨੂੰ ਸਿਹਾਰੀ ਲਾ ਕੇ ਐੜਾ ਜਿਹੜਾ ਉਹ ਲੰਬਾ ਕਰ ਦੇਣਾ। ਛੇ ਘਰ, ਛੇ ਗੁਰ, ਛੇ ਉਪਦੇਸ਼। ਹੁਣ ਕੀ ਹੈ ਛੇ ਘਰ, ਛੇ ਗੁਰ, ਛੇ ਉਪਦੇਸ਼, ਸਾਧ ਸੰਗਤ ਤੇ ਛੇ ਸ਼ਾਸਤਰ ਮੰਨੇ ਗਏ ਆ,
6 ਸ਼ਾਸਤਰ ਜਿਨ੍ਹਾਂ ਦੇ ਵੱਖ-ਵੱਖ ਉਪਦੇਸ਼ ਆ। 6 ਤਰ੍ਹਾਂ ਦੇ ਸ਼ਾਸਤਰ ਆ ਤੇ 6 ਹੀ ਉਹਨਾਂ ਦੇ ਉਪਦੇਸ਼ ਆ। 6 ਹੀ ਉਹਨਾਂ ਦੇ ਗੁਰ ਤੋਂ ਭਾਵ ਕਿ 6 ਹੀ ਉਹਨਾਂ ਨੂੰ ਲਿਖਣ ਵਾਲੇ ਆ ਜਿਨ੍ਹਾਂ ਨੇ ਉਹ ਸ਼ਾਸਤਰ ਲਿਖੇ ਆ। ਉਹ ਸ਼ਾਸਤਰ ਕਿਹੜੇ ਕਿਹੜੇ ਆ? ਪਹਿਲਾ ਹੈਗਾ ਸਾਂਕ, ਤੇ ਜਿਹਦਾ ਕਰਤਾ ਹੈਗਾ, ਜਿਹਦਾ ਗੁਰੂ ਹੈਗਾ ਕਪਲ ਮੁਨੀ। ਦੂਸਰਾ ਹੈਗਾ ਨਿਆਏ, ਜਿਹਦਾ ਕਰਤਾ, ਜਿਹਦਾ ਲਿਖਣ ਵਾਲਾ ਹੈਗਾ ਗੌਤਮ ਰਿਸ਼ੀ। ਤੇ ਤੀਸਰਾ ਹੈਗਾ ਵੈਸ਼ੇਸ਼ਿਕ, ਇਹਦਾ ਕਰਤਾ, ਇਹਦਾ ਲਿਖਣ ਵਾਲਾ ਜਿਹੜਾ ਹੈ ਕਨਾਦ ਰਿਸ਼ੀ ਹੈ। ਯੋਗ, ਯੋਗ ਦਾ ਕਰਤਾ, ਯੋਗ ਲਿਖਣ ਵਾਲਾ, ਯੋਗ ਸ਼ਾਸਤਰ ਲਿਖਣ ਵਾਲਾ ਪਤੰਜਲੀ ਹੈ। ਮੀਮਾਂਸਾ ਲਿਖਣ ਵਾਲਾ ਜੈਮਨੀ ਰਿਸ਼ੀ ਹੈ। ਫਿਰ वेदांत ਲਿਖਣ ਵਾਲਾ ਵਿਆਸ ਹੈ। ਇਹ 6 ਸ਼ਾਸਤਰ ਆ ਤੇ 6 ਇਹਨਾਂ ਦੇ ਅੱਗੇ ਜਿਹੜੇ ਆ ਉਹ ਗੁਰੂ ਹਨ। ਤੇ ਇਹਨਾਂ ਦੇ 6 ਅੱਗੇ ਜਾ ਕੇ ਜਿਹੜੇ ਆ ਉਹ ਇਹਨਾਂ ਦੇ ਆਪਣੇ ਆਪਣੇ ਵੱਖਰੇ ਵੱਖਰੇ ਵਿਚਾਰ ਆ। ਸਾਂਖ ਕਹਿੰਦਾ ਆ, ਜਿਹੜੇ ਸਾਂਖ ਸ਼ਾਸਤਰ ਨੂੰ ਮੰਨਦੇ ਆ, ਸਭ ਤੋਂ ਪਹਿਲਾਂ ਕਪਲ ਮੁਨੀ। ਕਪਲ ਮੁਨੀ ਕਹਿੰਦਾ ਕਿ ਜਿਹੜੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਜਿਹੜੀ ਹੈ ਨਾ, ਇਹ ਸਾਂਖੀ ਤੱਤਾਂ ਤੋਂ ਹੋਈ ਹੈ, ਪ੍ਰਕਿਰਤੀ ਦੇ ਤੱਤਾਂ ਤੋਂ ਹੋਈ ਆ। ਤੇ ਇਹਨਾਂ ਪ੍ਰਕਿਰਤੀ ਦੇ ਨਾਲੋਂ ਟੁੱਟ ਕੇ, ਭਾਵ ਸੰਸਾਰ ਹੈ ਨਾ ਸਾਰਾ ਮਾਇਆ ਹੈ, ਉਹ ਕਹਿੰਦਾ ਇਹ ਸਾਰੀ ਮਾਇਆ ਹੈ, ਇਹਦੇ ਨਾਲੋਂ ਟੁੱਟ ਕੇ ਫਿਰ ਮਨੁੱਖ ਪਰਮਾਤਮਾ ਵਿੱਚ ਜੁੜ ਸਕਦਾ। ਇਹ ਉਹਦਾ ਸਿਧਾਂਤ ਹੈ ਕਪਲ ਮੁਨੀ ਦਾ ਸਾਂਖ ਸ਼ਾਸਤਰ ਦੇ ਵਿੱਚ। ਫਿਰ ਨਿਆਏ ਸ਼ਾਸਤਰ ਕਹਿੰਦਾ ਕਿ ਸਾਰੀ ਉਤਪਤੀ ਜਿਹੜੀ ਆ ਉਹ ਪਰਮਾਣੂ ਤੋਂ ਹੋਈ ਹੈ, ਨਿੱਕੇ ਜਿਹੇ ਅਣੂ ਤੋਂ ਹੋਈ ਹੈ ਸਾਰੀ ਉਤਪਤੀ, ਉਸ ਤੋਂ ਮੰਨਦਾ। ਫਿਰ ਜਿਹੜਾ ਵਿਸ਼ੇਸ਼ਕ ਹੈ ਨਾਦ ਰਿਸ਼ੀ ਦਾ, ਉਹ ਕਹਿੰਦਾ ਕਿ ਇਹ ਸਾਰਾ ਕੁਝ ਜਿਹੜਾ ਹੈ ਸਮੇਂ ਦੇ ਨਾਲ ਬਣਿਆ ਹੈ ਤੇ ਸਮੇਂ ਦੇ ਨਾਲ ਖਤਮ ਹੋ ਜਾਏਗਾ। ਇਸ ਕਰਕੇ ਸਮੇਂ ਤੋਂ ਪਰੇ ਜਾ ਕੇ ਤੇ ਉਹਦੀ ਮੁਖ ਪ੍ਰਾਪਤ ਹੋ ਸਕਦਾ। ਭਾਵ ਸਮੇਂ ਦੇ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਸਮੇਂ ਨੂੰ ਖਤਮ ਕਰਕੇ ਹੀ ਮਨੁੱਖ ਦੀ ਜਿਹੜੀ ਗਤੀ ਹੋ ਸਕਦੀ ਹੈ। ਉਹ ਸਾਰਾ ਕੁਝ ਭਾਵ ਮੰਨਦੇ ਆ ਸਮੇਂ ਨੂੰ, ਕਿ ਸਮੇਂ ਦੇ ਨਾਲ ਸਾਰਾ ਕੁਝ ਬਣਿਆ ਹੈ ਤੇ ਸਮੇਂ ਨਾਲ ਖਤਮ ਹੋਏਗਾ। ਇਸ ਕਰਕੇ ਆਪਣੇ ਇੰਦਰੀਆਂ ਨੂੰ, ਆਪਣੇ ਸਰੀਰ ਨੂੰ, ਇਹ ਜਿੰਨੇ ਵੀ ਦੁੱਖ ਲੱਗਦੇ ਆ, ਇਹਦੀ ਸਾਰੀ ਜੜ ਕੀ ਆ? ਸਮਾਂ। ਸਮੇਂ ਦੇ ਨਾਲ ਉਹ ਕਹਿੰਦਾ ਦੁੱਖ ਆਉਂਦੇ ਆ, ਸਮੇਂ ਦੇ ਨਾਲ ਸਾਰਾ ਕੁਝ ਬਣਦਾ ਹੈ। ਇਹ ਇਹਦਾ ਵਿਸ਼ੇਸ਼ਕ ਵਾਲਿਆਂ ਦਾ ਜਿਹੜਾ ਸਿਧਾਂਤ ਹੈ। ਫਿਰ ਉਸ ਤੋਂ ਬਾਅਦ ਅੱਗੇ ਮੀਮਾਂਸਕ, ਮੀਮਾਂਸਾ ਵਾਲਿਆਂ ਦਾ ਸਿਧਾਂਤ ਹੈ ਕਿ ਜਿਹੜੀ ਸ੍ਰਿਸ਼ਟੀ ਹੈ ਉਹ ਕਰਮਾਂ ਦੀ ਉਤਪਤੀ ਹੈ। ਮਨੁੱਖ ਕਰਮਾਂ ਦਾ ਕਰਕੇ ਸਰੀਰ ਧਾਰਨ ਕਰਦਾ ਹੈ, ਤੇ ਜਦੋਂ ਉਹਦੇ ਕਰਮ ਖਤਮ ਹੋ ਜਾਂਦੇ ਆ ਤੇ ਫਿਰ ਉਹ ਪਰਮਾਤਮਾ 'ਚ ਲੀਨ ਹੋ ਜਾਂਦਾ। ਇਹ ਮੀਮਾਂਸਾ ਦਾ ਜੈਮਨੀ ਰਿਸ਼ੀ ਕਹਿੰਦਾ। ਉਪਦੇਸ਼ਾਂ ਦੀ ਗੱਲ ਕਰ ਰਹੇ ਹਾਂ, 6 ਘਰ, 6 ਗੁਰ, 6 ਉਪਦੇਸ਼। ਇਹਦਾ ਉਪਦੇਸ਼ ਆ ਜੈਮਨੀ ਰਿਸ਼ੀ ਦਾ ਕਿ ਜਿਹੜਾ ਮਨੁੱਖ ਕਰਮਾਂ ਕਰਕੇ ਸਰੀਰ ਧਾਰਨ ਕਰਦਾ ਹੈ ਤੇ ਜਦੋਂ ਉਹਦੇ ਕਰਮ ਖਤਮ ਹੋ ਜਾਂਦੇ ਆ ਤੇ ਫਿਰ ਉਹਨੂੰ ਸਵਰਗ ਮਿਲ ਜਾਂਦਾ, ਫਿਰ ਉਹਦੀ ਮੁਕਤੀ ਹੋ ਜਾਂਦੀ ਆ। ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਪਤੰਜਲੀ ਯੋਗ ਦਾ, ਯੋਗ ਜਿਹਨੇ ਸ਼ਾਸਤਰ ਲਿਖਿਆ, ਉਹ ਕਹਿੰਦੇ ਕਿ ਯੋਗ ਦੇ ਵਿੱਚ ਧਾਰਨਾ ਕਰਕੇ ਸਰੀਰ ਨੂੰ ਸ਼ੁੱਧ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੈ। ਫਿਰ ਹੀ ਜਿਹੜਾ ਹੈ ਇਸ ਆਉਣ ਜਾਣ ਦੇ ਚੱਕਰ ਚੋਂ ਫਿਰ ਮੁਕਤੀ ਮਿਲ ਸਕਦੀ ਆ, ਜੇ ਮਨੁੱਖ ਯੋਗ ਅਭਿਆਸ ਕਰੇ, ਜੇ ਆਪਣੀ ਸੁਰਤ ਨੂੰ ਜੋੜ ਕੇ ਦਸਮ ਦਵਾਰ ਦੇ ਵਿੱਚ ਯੋਗ ਮਤ ਦੇ ਰਾਹੀਂ ਜਿਹੜਾ ਲੈ ਕੇ ਜਾਵੇ, ਉਹਦੀ ਫਿਰ ਜਿਹੜੀ ਮੁਕਤੀ ਹੈ। ਤੇ ਜਿਹੜਾ वेदांत ਹੈ ਅਖੀਰਲਾ 6ਵਾਂ ਵੇਦ ਵਿਆਸ, ਉਹ ਕਹਿੰਦਾ ਕਿ ਸਾਰੀ ਉਤਪਤੀ ਜਿਹੜੀ ਸੰਸਾਰ ਦੀ ਉਹ ਭਰਮ ਆ, ਜੋ ਵੀ ਦਿਖ ਰਿਹਾ ਇਹ ਭਰਮ ਹੈ ਸਾਰਾ। ਤੇ ਜਦੋਂ ਭਰਮ ਦਾ ਨਾਸ਼ ਹੋ ਜਾਂਦਾ ਹੈ ਤੇ ਫਿਰ ਮਨੁੱਖ ਨੂੰ ਆਤਮਿਕ ਆਨੰਦ ਮਿਲ ਜਾਂਦਾ ਹੈ। ਇਹ ਸਾਰਾ ਭਰਮ ਹੈ, ਉਹ ਕਹਿੰਦਾ ਜੋ ਵੀ ਅਸੀਂ ਦੇਖ ਰਹੇ ਹਾਂ ਇਹ ਸਾਰਾ ਕੁਝ ਜਿਹੜਾ ਹੈਗਾ ਆ, ਪਰ ਹੁੰਦਿਆਂ ਹੋਇਆਂ ਵੀ ਨਹੀਂ। ਉਹ ਕਹਿੰਦਾ ਇਹ ਸਾਰਾ ਭਰਮ ਹੈ। ਇਹ ਜਿਹੜੇ ਆ 6 ਤਰ੍ਹਾਂ ਦੇ ਉਪਦੇਸ਼ ਆ ਇਹਨਾਂ ਦੇ। 6 ਘਰ, 6 ਘਰ ਕਿਹੜੇ? ਸਾਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਯੋਗ, वेदांत। ਤੇ ਇਹਨਾਂ ਦੇ ਗੁਰੂ ਕਿਹੜੇ ਆ? ਕਪਲ ਮੁਨੀ, ਗੌਤਮ ਰਿਸ਼ੀ, ਕਨਾਦ ਰਿਸ਼ੀ, ਫਿਰ ਜੈਮਨੀ, ਪਤੰਜਲੀ ਤੇ ਵਿਆਸ, ਵੇਦ ਵਿਆਸ। ਇਹ ਜਿਹੜੇ ਆ 6 ਇਹਨਾਂ ਦੇ ਗੁਰੂ ਆ। ਤੇ ਉਪਦੇਸ਼ ਮੈਂ ਤੁਹਾਨੂੰ ਦੱਸ ਦਿੱਤੇ ਇਹਨਾਂ ਦੇ ਕੀ ਉਪਦੇਸ਼ ਹਨ। ਇਸ ਤਰ੍ਹਾਂ ਵੱਖ-ਵੱਖ ਉਪਦੇਸ਼ ਹੈ, ਪਰ ਸਤਿਗੁਰੂ ਕਹਿੰਦੇ ਗੁਰ ਗੁਰ ਏਕੋ ਵੇਸ ਅਨੇਕ। ਸਤਿਗੁਰੂ ਕਹਿੰਦੇ ਇਹਨਾਂ ਦੇ ਵੱਖ-ਵੱਖ ਉਪਦੇਸ਼ ਜ਼ਰੂਰ ਹੈਗੇ ਆ, ਪਰ ਇਹਨਾਂ ਦਾ ਗੁਰੂ ਕੌਣ ਆ? ਮੂਲ ਗੁਰੂ ਜਿਹਦੇ ਤੋਂ ਇਹ ਸਾਰੇ ਬਣੇ ਆ, ਜਿਹਦੇ ਕੋਲ ਗਿਆਨ ਲਿਆ, ਉਹ ਕੌਣ ਆ? ਅਕਾਲ ਪੁਰਖ ਪਰਮਾਤਮਾ। ਗੁਰ ਗੁਰ ਏਕੋ, ਇਹਨਾਂ ਦਾ ਇਸ਼ਟ ਗੁਰੂ ਜਿਹੜਾ ਹੈ ਨਾ, ਜਿਸ ਤੋਂ ਇਹਨਾਂ ਨੇ ਸਾਰਾ ਗਿਆਨ ਪ੍ਰਾਪਤ, ਕਿਉਂਕਿ ਹੁਣ ਬੁੱਧੀ ਮਨੁੱਖ ਨੂੰ ਅਕਾਲ ਪੁਰਖ ਦੀ ਦਿੱਤੀ ਹੈ। ਉਹ ਉਸ ਬੁੱਧੀ ਦੇ ਰਾਹੀਂ ਕੀ ਸੋਚ ਕੇ ਕੀ ਲਿਖਦਾ ਹੈ, ਇਹ ਵੀ ਤੇ ਉਸ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੈ ਨਾ। ਹੁਣ ਕਈ ਪਾਗਲ ਹੁੰਦੇ ਆ, ਉਹਨਾਂ ਨੂੰ ਹੁਣ ਉਹਨਾਂ ਕੋਲ ਬੁੱਧੀ ਨਹੀਂ ਹੁੰਦੀ ਤੇ ਉਹ ਕੁਛ ਲਿਖ ਥੋੜੀ ਸਕਦੇ ਆ। ਤੇ ਜਿਨ੍ਹਾਂ ਨੂੰ ਬੁੱਧੀ ਦਿੱਤੀ ਆ ਉਹ ਵੀ ਪ੍ਰਮਾਤਮਾ ਦੇ ਵਾਸੇ ਆ, ਤੇ ਜਿਨ੍ਹਾਂ ਨੂੰ ਨਹੀਂ ਦਿੱਤੀ ਉਹਨਾਂ ਨੂੰ ਪਾਗਲ ਕਰਤਾ।
इस करके सतगुरु कहते हैं कि भावें ये वख-वख उपदेश आ, 6 घर 6 गुरु 6 उपदेश 6 तरह के उपदेश आ, पर इन्हां नूं बुद्धि दे के इन्हां कोलों उपदेश कराउण वाला कौन आ? वो अकाल पुरख। गुरु गुर एको वेस अनेक, ये है वेस इन्हां दे वख-वख रूप वख-वख आ, भाव वख-वख ये 6 शास्त्र आ, पर इन्हां दा जिहड़ा मेन सिद्धांत की है, मेन इन्हां दा गुरु कौन है? वो अकाल पुरख परमात्मा बाबा जयकार करते कीरत होए। ते सतगुरां ने इस पूरे शब्द के अंदर ना सानू अनेकता तो एकता वाल लैके आए, भाव के अनेकता तो एकता वाल, एकता तो भाव एक अकाल पुरख वाल। सतगुरां ने सारा पहले खोल दिता कि ये सारा कुछ इस तरह है, फिर बनिया किथों? उस अकाल पुरख तो। हुण अगे आ जाओ, सतगुरु कहंदे बाबा रहाऊ दा बंद है, बाबा जय घर करते कीरत होए, जिस घर दे विच हे भाई हे गुरसिखो, जिस घर दे विच उस करते दी कीरत हुंदी है, सिफत सलाह हुंदी है, सो घर राख वडाई तोए। उस घर दे विच उस घर दी संभाल जिहड़ी है ओह अकाल पुरख परमात्मा आप करदा है। उस घर नूं साਂਭ संभाल उस सतसंगत दा आसरा ਲਈ रख के उसे विच ही तेरी भलाई है। भाव बाबा जय कर करते कीरत होए, सो कर राख वडाई तोए। ये तेरी वडियाई है, तेरी जिहड़ी है तेरे विच तेरी यही भलाई आ कि तू उस घर दे विच सो कर राख वडाई तोए। भाव उस हरि दे विच जुड़िया रह जिहड़ा सानू रखणहार है, उस अकाल पुरख दे नाल जुड़िया रह। राख दा अर्थ संभाल हुंदा है, सो कर राख वडाई तोए। जिन्हें तेरे शरीर नूं संभालिया होया ना, उस अकाल पुरख दे विच जुड़। बाबा जय कर करते कीरत होए, सो कर राख वडाई तोए। इसे विच तेरी भलाई आ कि तू उस अकाल पुरख नूं सिमर, जिन्हें तेरा शरीर बनाया, जिन्हें तेनू पैदा किया, जिन्हें तेनू बना के तेरा घर रूपी शरीर जिहड़ा बना के रखिया। रहाओ विश्राम दे के सतगुरु कहंदे आ, विसुए चस्सियां घड़ियां पहरां थित्ती वारी माह होआ। विसुए हुंदा है अख दा एक फोर, जदों आपां अख नूं एक वारी बंद करके खोलदे आ ना, इहनूं विसा कहंदे आ। विसा जदों अख नूं एक वारी बंद करके खोलीदा, जदों 15 वारी अख झपकीए फिर एक जिहड़ा है ना 15 विसियां दा एक चसा बनदा। जदों 15 वारी असीं अख झमक के खोलदे आ ते उदों बाद एक चसा बनदा। फिर जदों 30 चसे हुंदे आ फिर एक पल बनदा। फिर जदों 60 पल हुंदे आ फिर एक घड़ी बनदी है, एक मिनट बनदा। फिर जदों 7.5 घड़ियां निकलदियां आ फिर एक पैर बनदा। ते फिर जदों 8 पैर हुंदे आ उन्हां 8 पैरां दा एक दिन ते रात बनदी आ। फिर 15 थित्तां 7 वार ते 12 महीने 6 रुत्तां बनदियां। मेरे ख्याल आप जी नूं समझ आ गई होएगी गल। मैं फिर एक बारी दोहरा देवां कि जदों असीं एक वारी अख झमकदे आ उहनूं कहा जांदा है एक विसा, ते जदों 15 वारी झमकी वो बन गए 15 विसे, ते 15 विसियां तो बनिया एक चसा, ते 30 चसियां दा जिहड़ा है वो एक पल बनदा, एक घड़ी बनदी, एक पल बनदा, एक 60 पलां दा एक मिनट हुंदा, जो 7 सैकंड का कह लो 60 सैकंडा का एक मिनट हुंदा। फिर जिहड़ा है 7.5 घड़ियां का जिहड़ा है फिर एक पैर बनदा, पूरा पैर 7.5 घड़ियां का। ते फिर उदों बाद 8 पैर जदों लंघदे आ फिर पूरा दिन ते रात बनदी 8 पैरां दी। फिर उस तो बाद 15 थित्तां हन, ते फिर 7 वार हन, ते फिर उस तो बाद 12 महीने ते 6 रुत्तां हन। सतगुरु कहंदे विसोए चस्सियां घड़ियां पहरां थित्ती वारी माहो होआ। कहंदे जिन्ने भी जिवें विसुए चस्से घड़ियां पहरां थित्तां वार आर महीने जिहड़े आ ये सारा कुछ किवें बनदा? सूरज एको रुत अनेक वाहिगुरू थित्ती वारी माह होआ। ये तो सारा महीना बनदा, भाव पूरे दा पूरा एक महीना बनदा। फिर सतगुरु कहंदे आ सूरज एको रुत अनेक। फिर जिहड़े आ सूरज एक है ते रुत्तां अनेक हन, अनेकां रुत्तां हन। इस सूरज दे नाल ही सारा कुछ चलदा ना। सूरज है ते समा है, सूरज है ते रुत्तां हन, सूरज है ते गर्मी है सर्दी है, सूरज है दिन है रात है,
ਸਤਿਗੁਰੂ ਕਹਿੰਦੇ ਆ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਅਨੇਕਤਾ ਤੋਂ ਏਕਤਾ ਵੱਲ, ਹੁਣ ਸਤਿਗੁਰੂ ਇੱਥੇ ਵੀ ਸਾਨੂੰ ਅਨੇਕਤਾ ਤੋਂ ਏਕਤਾ ਵੱਲ ਲੈ ਕੇ ਆ ਰਹੇ ਆ ਕਿ ਇਹ ਸਾਰਾ ਵਿਸਵੇ ਵੀ ਬਣਿਆ, ਚੱਸੇ ਵੀ ਆ, ਘੜੀਆਂ ਵੀ ਆ, ਪਹਿਰ ਵੀ ਆ, ਥਿੱਤ ਵੀ ਆ, ਵਾਰ ਵੀ ਆ, ਮਹੀਨੇ ਵੀ ਆ, ਪਰ ਇਹ ਬਣੇ ਕਿਤੋਂ? ਸੂਰਜ ਤੋਂ। ਸੂਰਜ ਇੱਕ, ਰੁੱਤ ਅਨੇਕ, ਅਨੇਕਾਂ ਰੁੱਤਾਂ ਬਣੀਆਂ, ਉਹਨਾਂ ਰੁੱਤਾਂ ਦੇ ਨਾਲ ਜਿਹੜੇ ਆ ਥਿੱਤਾਂ ਬਣੀਆਂ, ਵਾਰ ਬਣੇ, ਪਹਿਰ ਬਣੇ, ਘੜੀਆਂ ਬਣੀਆਂ। ਸੂਰਜ ਪਰ ਇੱਕ ਹੈ, ਇੱਕ ਸੂਰਜ ਤੋਂ ਇਹ ਸਾਰਾ ਕੁਝ ਬਣਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨਾਨਕ ਕਰਤੇ ਕੇ ਕੀਤੇ ਵੇਸ, ਇਹ ਮੇਰੇ ਮਨਾ ਵੇਖ ਉਸ ਅਕਾਲ ਪੁਰਖ ਦੇ ਉਸ ਕਰਤੇ ਦੇ ਕਿੰਨੇ ਵੇਸ਼ ਆ ਕਿ ਉਹ ਸਾਰਾ ਕੁਝ ਬਣਾ ਕੇ ਵੀ ਇੱਕ ਹੈ। ਭਾਵ ਸਾਰਾ ਕੁਝ ਬਣਿਆ ਉਹਦੇ ਤੋਂ ਹੈ। ਜਿਵੇਂ ਸੂਰਜ ਤੋਂ ਰੁੱਤਾਂ ਬਣੀਆਂ, ਸੂਰਜ ਤੋਂ ਮਹੀਨੇ ਬਣੇ, ਸੂਰਜ ਤੋਂ ਸਾਲ ਬਣੇ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਉਸ ਅਕਾਲ ਪੁਰਖ ਤੋਂ ਵੇਖ ਉਹਦੇ ਕਿੰਨੇ ਵੇਸ ਆ, ਉਹਦੇ ਕਿੰਨੇ ਅਨੇਕਾਂ ਸਰੂਪ ਹਨ, ਉਹ ਕਿੰਨਾ ਬੇਅੰਤ ਹੈ ਉਹ ਕਰਤਾਰ ਕਿ ਉਹਦੇ ਤੋਂ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਿੱਖਾ ਬਣੀ ਹੈ। ਇਸ ਕਰਕੇ ਬਾਬਾ ਜੈ ਕਰ ਕਰਤੇ ਕੀਰਤ ਹੋਏ, ਉਹਨੂੰ ਯਾਦ ਕਰ, ਉਹਨੂੰ ਸਿਮਰ ਕਰ, ਉਹਦੀ ਕੀਰਤੀ ਕਰ, ਸੋ ਘਰ ਰਾਖ ਵਡਾਈ ਤੋਏ। ਕਿਉਂਕਿ ਉਹਨੇ ਤੇਰਾ ਸਰੀਰ ਵੀ ਇਸੇ ਤਰ੍ਹਾਂ ਬਣਾਇਆ ਹੈ, ਨਿੱਕੇ ਜਿਹੇ ਅਣੂ ਤੋਂ ਤੇਰਾ ਸਰੀਰ ਬਣਿਆ, ਇਹਦੇ ਵਿੱਚ ਦੇ ਕਿੰਨੇ ਤੈਨੂੰ ਅੰਗ ਦਿੱਤੇ, ਕਿੰਨਾ ਕੁਝ ਤੈਨੂੰ ਦਿੱਤਾ, ਤਾਰ ਤੇਰਾ ਸਾਰਾ ਸਰੀਰ ਬਣਾ ਕੇ ਸਾਜ ਕੇ ਉਹਨੇ ਸੁੰਦਰ ਤੇਰੀ ਦੇਹ ਬਣਾ ਦਿੱਤੀ, ਨਿੱਕੇ ਨਿੱਕੇ ਅਣੂ ਤੋਂ ਤੈਨੂੰ ਕਿੱਡਾ ਵੱਡਾ ਬਣਾ ਦਿੱਤਾ, ਪਰ ਉਹ ਬਣਿਆ ਕਿਹਦੇ ਕੋਲੋਂ? ਉਸ ਅਕਾਲ ਪੁਰਖ ਤੋਂ। ਇਸ ਕਰਕੇ ਉਹਨੂੰ ਸਿਮਰ, ਉਹਨੂੰ ਯਾਦ ਕਰ, ਉਹਨੂੰ ਜਿਹੜਾ ਹੈ ਸਿਮਰਨਾ ਕਰ। ਸੋ ਸਤਿਗੁਰਾਂ ਨੇ ਇਹ ਦੋ ਉਪਦੇਸ਼ ਜਿਹੜੇ ਆਪਾਂ ਅੱਜ ਵਿਚਾਰੇ ਆ ਸਾਧ ਸੰਗਤ, ਜੋ ਸਤਿਗੁਰਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੋਹਿਲੇ ਸਾਹਿਬ ਦੀ ਬਾਣੀ ਦੇ ਵਿੱਚ। ਸੋ ਵਿਸੂਏ ਇਸ ਤਰ੍ਹਾਂ ਪੜ੍ਹਨਾ, ਚੱਸਿਆਂ, ਘੜੀਆਂ, ਪਹਿਰਾਂ, ਤਿੱਤੀ ਵਾਰੀ, ਮਾਹ ਹੋਆ। ਸੂਰਜ ਇੱਕ, ਰੁੱਤ ਅਨੇਕ। ਸੂਰਜ ਇੱਕ ਹੈ, ਰੁੱਤਾਂ ਅਨੇਕਾਂ ਹਨ। ਨਾਨਕ ਕਰਤੇ ਕੇ ਕੀਤੇ ਵੇਸ, ਇਹ ਨਾਨਕ ਉਸ ਕਰਤੇ ਦੇ ਅਨੇਕਾਂ ਹੀ ਵੇਸ਼ ਹਨ, ਅਨੇਕਾਂ ਤਰ੍ਹਾਂ ਦਾ ਹੈ ਉਹ ਅਕਾਲ ਪੁਰਖ ਪਰਮਾਤਮਾ। ਪਰ ਹੈ ਉਹ ਕੀ ਹੈ? ਇੱਕ ਹੈ, ਉਹ ਇੱਕ। ਗੁਰ ਗੁਰ ਇੱਕੋ ਵੇਸ ਅਨੇਕ, ਹੈ ਉਹ ਇੱਕ ਹੀ, ਉਹਦੇ ਵੇਸਾਂ ਅਨੇਕ ਹਨ ਪਰ ਉਹ ਹੈ ਇੱਕ। ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ ਉਸ ਅਨੇਕਤਾ ਤੋਂ ਇੱਕ ਵੱਲ ਸਾਨੂੰ ਖੜਿਆ ਕਿ ਭਾਈ ਇਹਨਾਂ ਰੁੱਤਾਂ ਨੂੰ ਨਾ ਕਿਤੇ ਮੰਨਣ ਲੱਗ ਜਿਓ, ਇਹਨਾਂ ਥਿੱਤਾਂ ਦਾ ਖਿਆਲ ਨਾ ਕਰ ਲੱਗ ਪਿਓ, ਇਹਨਾਂ 6 ਸ਼ਾਸਤਰਾਂ ਵੱਲ ਧਿਆਨ ਨਾਲ ਲੈ ਕੇ ਜਾਇਓ, ਉਸ ਅਕਾਲ ਪੁਰਖ ਵੱਲ ਲੈ ਕੇ ਜਾਇਓ ਜਿਹਨੇ ਸਾਰਾ ਕੁਝ ਸਿਰਜਿਆ ਹੈ, ਜਿਹਨੇ ਸਾਰਾ ਕੁਝ ਬਣਾਇਆ ਹੈ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਜਿਹੜੀਆਂ ਹੈ ਉਹ ਪ੍ਰਵਾਨ ਕਰਨੀਆਂ ਸਾਧ ਸੰਗਤ। ਆਪਾਂ ਇਹ ਅੱਜ 2 ਸ਼ਬਦ ਕਰ ਲਏ ਆ, ਕੱਲ ਨੂੰ ਆਪਾਂ ਜਿਹੜਾ ਹੈ ਆਰਤੀ ਵਾਲਾ ਸ਼ਬਦ ਹੈ ਉਹਨੂੰ ਵਿਚਾਰਾਂਗੇ। ਫਿਰ ਉਸ ਤੋਂ ਬਾਅਦ ਜਿਵੇਂ ਸਮਾਂ ਹੋਇਆ ਫਿਰ ਆਪਾਂ ਕੱਲ ਨੂੰ ਹੀ ਜੇ ਸਮਾਪਤੀ ਹੋ ਸਕੀ ਫਿਰ ਆਪਾਂ ਕਰ ਲਾਂਗੇ। ਸੋ ਬੇਨਤੀ ਹੈ ਕਿ ਜੇ ਕਿਸੇ ਨੇ ਕੁਛ ਆਪ ਜੀ ਵੱਲੋਂ ਪੁੱਛਣਾ ਤੇ ਆਪ ਜੀ ਆਪਣਾ ਮਾਈਕ ਜਿਹੜਾ ਔਨ ਕਰਕੇ ਪੁੱਛ ਸਕਦੇ ਹੋ। ਵਾਹਿਗੁਰੂ। ਠੀਕ ਹੈ ਜੀ, ਵਾਹਿਗੁਰੂ। ਸਮਾਪਤੀ ਕਰੀਏ ਫਿਰ। ਆਪ ਜੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।